ਦੇ ਵਿਚਾਰ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਭੁਪਿੰਦਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਾਲੇ ਸਰਵਣ ਕਰਵਾਉਣਗੇ। 2 ਦਿਨ ਦਾ ਉਹਨਾਂ ਦਾ ਸਾਡੇ ਪਾਸ ਸਮਾਂ ਹੈ। ਮੈਂ ਸੰਗਤ ਵੱਲੋਂ ਆਪਣੇ ਸਟਾਫ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿਣਾ। ਹੋਲੇ ਮਹੱਲੇ ਦਾ ਪਾਵਨ ਪੁਰਬ 6 ਮਾਰਚ ਨੂੰ ਗੁਰਦੁਆਰਾ ਦਮਦਮਾ ਸਾਹਿਬ ਬੜੇ ਚਾਅ ਉਮਾਦ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਜਾਏਗਾ। ਆਪ ਜੀ ਨੇ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀ। ਆਓ ਹੁਣ ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਜੋ ਲੜੀਵਾਰ ਕਥਾ 6 ਤਰੀਕ ਨੂੰ ਰੋਕੀ ਗਈ ਸੀ, ਇਸ ਪਾਵਨ ਸ਼ਬਦ ਦੇ ਪਹਿਲੇ 2 ਬੰਦ ਗਿਆਨੀ ਸਾਹਿਬ ਸਿੰਘ ਜੀ ਕੈਨੇਡਾ ਵਾਲੇ ਸਾਨੂੰ ਸਰਵਣ ਕਰਵਾ ਕੇ ਗਏ ਸਨ। ਅਗਲੇ ਜੋ 2 ਬੰਦ ਨੇ ਉਹਨਾਂ ਦੀ ਵਿਚਾਰ ਭਾਈ ਭੁਪਿੰਦਰ ਸਿੰਘ ਜੀ ਸਾਨੂੰ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਾਇਆ। ਪ੍ਰਾਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਇਲਾਹੀ ਬਾਣੀ ਦੇ ਮੁਜੱਸਮੇ, ਰੂਹਾਨੀਅਤ ਦੇ ਸਾਗਰ, ਵਿਸ਼ਾਲਤਾ ਦੇ ਭੰਡਾਰ, ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਸ਼ਲ, ਜੁਗੋ ਜੁਗ ਅਟਲ, ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਦੇ ਸਵਰੂਪ। ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ, ਗੁਰਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਪਾਵਨ ਪਵਿੱਤਰ ਇਤਿਹਾਸਕ ਸਥਾਨ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਇਸ ਚਰਨ ਛੋਹ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਗੁਰੂ ਕੀ ਹਜ਼ੂਰੀ ਵਿੱਚ ਇਕੱਤਰ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਹਜ਼ੂਰ ਦੇ ਪਾਵਨ ਮੁਬਾਰਕ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਗਵਾਉਣ ਲਈ, ਆਪਣੀ ਰਸਨਾ ਦੀ ਪਵਿੱਤਰਤਾ ਅਤੇ ਮਨ ਦੇ ਟਿਕਾਓ ਲਈ ਕਲਗੀਆਂ ਵਾਲੇ ਗੁਰਦੇਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਝੁਕਾਵੋ ਸੀਸ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ, ਅਦਬ ਸਤਿਕਾਰ ਸਹਿਤ ਬੁਲਾਵੋ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਮਿਹਰਮਤ ਕੀਤੀ ਹੈ, ਸਾਡੇ ਉੱਤੇ ਨਜ਼ਰੇ ਇਨਾਇਤ ਕਰਦਿਆਂ ਤਰਸ ਖਾਧਾ ਹੈ।
ਜੋ ਸਾਨੂੰ ਕਲਯੁਗੀ ਜੀਵਾਂ ਨੂੰ ਆਪਣੇ ਜੀਵਨ ਦੀ ਸਵਾਸਾ ਰੂਪੀ ਪੂੰਜੀ ਦੇ ਵਿੱਚੋਂ ਕੁਝ ਘੜੀਆਂ, ਕੁਝ ਪਲ, ਕੁਝ ਸਵਾਸ ਸਫਲਾਉਣ ਦਾ ਸੁਭਾਗਾ ਅਵਸਰ ਪ੍ਰਦਾਨ ਕੀਤਾ ਹੈ। ਮਹਾਰਾਜ ਜੀ ਦੀ ਕਿਰਪਾ ਹੀ ਹੈ ਕਿ ਸਤਿਗੁਰੂ ਜੀ ਨੇ ਸਾਨੂੰ ਪ੍ਰੇਰ ਕੇ ਸੰਸਾਰੀ ਕਾਰਜਾਂ, ਧੰਦਿਆਂ, ਧੰਦਾਰੂਆਂ ਵੱਲੋਂ ਹੋੜ ਕੇ, ਮੋੜ ਕੇ ਆਪਣੀ ਸ਼ਰਨ, ਆਪਣੀ ਹਜ਼ੂਰੀ ਵਿੱਚ ਲਿਆਣ ਬਿਠਾਲਿਆ ਹੈ ਤੇ ਸੰਗਤ ਦਾ ਇਹ ਸੁਭਾਗਾ ਅਵਸਰ ਸਾਡੀ ਝੋਲੀ ਵਿੱਚ ਪਾਇਆ ਹੈ। ਇਸ ਸਮੇਂ ਵਿੱਚ ਜਿੱਥੇ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦੀਦਾਰ ਕਰ ਰਹੇ ਹਾਂ, ਹਜ਼ੂਰ ਦੀ ਬਾਣੀ ਨੂੰ ਪਿਆਰ ਸਹਿਤ ਆਪਣੇ ਸਰਵਣਾਂ ਦੁਆਰਾ ਸਰਵਣ ਕਰਕੇ ਹਿਰਦੇ ਦੇ ਤਲ ਦੇ ਉੱਤੇ ਬਿਠਾਉਣ ਦਾ ਯਤਨ ਕਰ ਰਹੇ ਹਾਂ, ਉੱਥੇ ਸਤ ਸੰਗਤ ਰੂਪ ਵਿੱਚ ਬੈਠ ਕੇ ਆਪਣੇ ਇਸ ਜੀਵਨ ਨੂੰ ਸਾਰਥਕ ਕਰਨ ਦਾ ਵੀ ਉਪਰਾਲਾ ਕੀਤਾ ਜਾ ਰਿਹਾ ਹੈ। ਸਿੰਘ ਸਾਹਿਬ ਜੀ ਹੁਣਾਂ ਨੇ ਆਪ ਜੀ ਨੂੰ ਉਹ ਬਚਨ ਸਰਵਣ ਕਰਵਾਇਆ ਹੈ ਜੋ ਇਸ ਸਥਾਨ ਦੇ ਉੱਤੇ ਲੜੀਵਾਰ ਬਾਣੀ ਦੀ ਕਥਾ ਚੱਲ ਰਹੀ ਹੈ, ਔਰ ਜਿਸ ਸ਼ਬਦ ਦੀ ਵਿਚਾਰ ਅੱਜ ਆਪਾਂ ਗੁਰੂ ਦੀ ਕਿਰਪਾ ਦੁਆਰਾ ਕਰਨ ਦਾ ਯਤਨ ਕਰਨਾ ਹੈ। ਬਾਣੀ ਅਗਾਧ ਬੋਧ ਹੈ। ਜਿਵੇਂ ਨਿਰੰਕਾਰ ਦਾ ਕੋਈ ਅੰਤ ਅੱਜ ਤੱਕ ਨਹੀਂ ਪਾ ਸਕਿਆ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ, ਇਵੇਂ ਹੀ ਬਾਣੀ ਵੀ ਪਰਮਾਤਮਾ ਦਾ ਸਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਬਾਣੀ ਦਾ ਵੀ ਕੋਈ ਸ਼ਬਦ ਰੂਪ ਵਿੱਚ, ਅਰਥ ਰੂਪ ਦੇ ਵਿੱਚ, ਗੋਜ ਰੂਪ ਵਿੱਚ, ਗਿਆਨ ਰੂਪ ਵਿੱਚ ਅੰਤ ਨਹੀਂ ਪਾ ਸਕਿਆ। ਇਹ ਉਪਦੇਸ਼ ਹੈ ਸਾਡੇ ਜੀਵਨ ਦੀ ਸਮਝ ਵਾਸਤੇ, ਤਾਂ ਕਿ ਰਾਹ ਤੋਂ ਖੁੰਝੇ ਹੋਏ, ਆਪਣੇ ਰਸਤੇ ਤੋਂ ਭਟਕੇ ਹੋਏ, ਆਪਣੇ ਮਾਰਗ ਤੋਂ ਥਿੜਕੇ ਹੋਏ ਇਸ ਇਨਸਾਨ ਨੂੰ ਇਸ ਗੱਲ ਦੀ ਸਮਝ ਆ ਸਕੇ ਕਿ ਕਿਵੇਂ ਅਸੀਂ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਨਿਰੰਕਾਰ ਦੇ ਨਾਲ ਆਪਣਾ ਆਪਾ ਜੋੜਨਾ ਹੈ। ਔਰ ਸਤਿਗੁਰੂ ਜੀ ਨੇ ਸਾਡੇ ਜੀਵਨ ਦੇ ਹਰ ਪਹਿਲੂ ਨੂੰ ਸਾਡੇ ਸਨਮੁਖ ਰੱਖ ਕੇ ਸਾਨੂੰ ਉਪਦੇਸ਼ ਦਿੱਤਾ ਹੈ, ਸਾਨੂੰ ਸਿੱਖਿਆ ਦਿੱਤੀ ਹੈ ਕਿ ਐ ਗੁਰਸਿੱਖ, ਮੈਂ ਤੇਰੀ ਜ਼ਿੰਦਗੀ ਦਾ ਕੋਈ ਵੀ ਅਵਸਰ, ਕੋਈ ਵੀ ਮੌਕਾ ਖੁੰਝਣ ਨਹੀਂ ਦੇਣਾ ਜਿਸ ਰਾਹੀਂ ਕਿ ਤੈਨੂੰ ਰੱਬ ਦੇ ਘਰ ਦਾ ਗਿਆਨ ਨਾ ਪ੍ਰਾਪਤ ਹੋਵੇ। ਸਾਡੇ ਗੁਰਾਂ ਨੇ ਸਾਨੂੰ ਹਰ ਇੱਕ ਘੜੀ, ਮੂਰਤ, ਪਲ, ਦਿਨ, ਤਿਉਹਾਰ, ਰਸਮੋ ਰਿਵਾਜ, ਇਹਨਾਂ ਸਾਰਿਆਂ ਦੇ ਰਾਹੀਂ ਉਪਦੇਸ਼ ਦੇਣ ਦਾ ਯਤਨ ਕੀਤਾ ਹੈ। ਔਰ ਜੋ ਸਤਿਗੁਰੂ ਜੀ ਦਾ ਅੱਜ ਸ਼ਬਦ ਆਇਆ ਹੈ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਬਿਲਾਵਲ ਦੇ ਅੰਦਰ ਸਤਿਗੁਰੂ ਜੀ ਨੇ ਇਸ ਸ਼ਬਦ ਨੂੰ ਉਚਾਰਨ ਕੀਤਾ ਹੈ। ਸ਼ਬਦ ਦਾ ਸਿਰਲੇਖ ਸ਼ੰਤ ਹੈ, ਜਿਸ ਨੂੰ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਅਸੀਂ ਖੁਸ਼ੀ ਦਾ ਸ਼ਬਦ ਮੰਨਦੇ ਹਾਂ। ਛੰਦ, ਸ਼ੰਤ ਇਹ ਇੱਕ ਸਮਾਨ ਸ਼ਬਦ ਹਨ। ਚਾਰ ਸ਼ਬਦਾਂ ਦਾ ਸਮੇਲ, ਚਾਰ ਪੌੜੀਆਂ ਦਾ ਸਮੇਲ ਹੈ ਇਹ ਸ਼ਬਦ, ਜਿਨ੍ਹਾਂ ਵਿੱਚੋਂ ਜਿਵੇਂ ਸਿੰਘ ਸਾਹਿਬ ਜੀ ਨੇ ਦੱਸਿਆ ਹੈ, ਦੋ ਸ਼ਬਦਾਂ ਦੀ ਵਿਚਾਰ ਹੋ ਚੁੱਕੀ ਹੈ। ਤੀਸਰੇ ਬੰਦ ਦੀ ਵਿਚਾਰ ਆਪਾਂ ਕਰਨ ਦਾ ਯਤਨ ਕਰਨਾ ਹੈ। ਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਬਚਨ ਆਪ ਜੀ ਦੇ ਹਨ, ਬਾਣੀ ਆਪ ਜੀ ਦੀ ਹੈ, ਇਸ ਬਾਣੀ ਦੀ ਵਿਚਾਰ ਵੀ ਹਜੂਰ ਜੀ ਆਪ ਹੀ ਕਰਵਾ ਲੈਣੀ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇਹ ਰਾਗ ਬਿਲਾਵਲ ਦੇ ਅੰਦਰ ਉਚਾਰਨ ਕੀਤਾ ਹੋਇਆ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 845 ਅਤੇ 46 ਉੱਪਰ ਦਰਜ ਹੈ। ਸ਼ਬਦ ਦੀਆਂ ਆਰੰਭਕ ਪੰਕਤੀਆਂ ਹਨ, ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸ਼ਬਦ ਦੇ ਰਾਹੀਂ ਜਿਹੜੇ ਸਾਡੇ ਗ੍ਰਸਤੀਆਂ ਦੇ ਘਰ ਦੇ ਵਿੱਚ ਇੱਕ ਅਹਿਮ ਰਸਮ ਨਿਭਾਈ ਜਾਂਦੀ ਹੈ, ਜਿਸ ਨੂੰ ਸਿੱਖ ਧਰਮ ਦੇ ਅੰਦਰ ਤੀਸਰਾ ਸੰਸਕਾਰ ਮੰਨਿਆ ਗਿਆ ਹੈ, ਔਰ ਜਿਸ ਸੰਸਕਾਰ ਦਾ ਨਾਮ ਰਹਿਤ ਮਰਿਆਦਾ ਦੇ ਅੰਦਰ ਆਨੰਦ ਸੰਸਕਾਰ ਲਿਖਿਆ ਹੋਇਆ ਹੈ, ਉਸ ਸੰਸਕਾਰ ਨੂੰ ਆਧਾਰਤ ਬਣਾ ਕੇ ਜੀਵ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਸੰਸਾਰ ਦੇ ਅੰਦਰ ਸਤਿਗੁਰੂ ਦੇ ਸਮੇਂ ਵੀ, ਸਤਿਗੁਰੂ ਜੀ ਤੋਂ ਪਹਿਲਾਂ ਵੀ ਅਤੇ ਹੁਣ ਵੀ ਇਹ ਪ੍ਰਚਲਿਤ ਰਵਾਇਤ ਹੈ। ਬਹੁਤ ਸਾਰਿਆਂ ਲੋਕਾਂ ਦੇ ਮਨਾਂ ਦੇ ਅੰਦਰ ਇਹ ਖਿਆਲ ਰਹਿੰਦਾ ਹੈ, ਜਦੋਂ ਗ੍ਰਸਤੀ ਦੇ ਘਰ ਦੇ ਵਿੱਚ ਉਸ ਦੀ ਔਲਾਦ ਜਨਮ ਲੈਂਦੀ ਹੈ, ਵੱਡੀ ਹੁੰਦੀ ਹੈ, ਤਾਂ ਉਸ ਦੇ ਮਨ ਦੇ ਅੰਦਰ ਖਿਆਲ ਹੁੰਦਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਗ੍ਰਸਤ ਦੇ ਅੰਦਰ ਪ੍ਰਵੇਸ਼ ਕਰਾਉਣਾ ਹੈ,
ਔਰ ਉਹਦੇ ਮਨ ਦੇ ਅੰਦਰ ਖਿਆਲ ਆਪਣੇ ਬੱਚਿਆਂ ਦੇ ਆਨੰਦ ਕਾਰਜ ਦਾ ਉਪਜਦਾ ਹੈ ਤੇ ਕਈ ਤਰ੍ਹਾਂ ਦੀਆਂ ਵਿਚਾਰਾਂ ਆਮ ਤੌਰ ਦੇ ਉੱਤੇ ਸੰਸਾਰੀ ਜੀਵਾਂ ਦੇ ਹਿਰਦਿਆਂ ਵਿੱਚ ਆਉਂਦੀਆਂ ਨੇ। ਔਰ ਅੱਜ ਵੀ ਭਾਵੇਂ ਅਸੀਂ ਬਹੁਤ ਐਡਵਾਂਸ ਹੋ ਗਏ ਹਾਂ, ਸਾਡੇ ਬੱਚੇ ਬੜੇ ਪੜ੍ਹੇ ਲਿਖੇ ਨੇ ਔਰ ਨਵੇਕਲੇ ਯੁੱਗ ਦੇ ਹਾਣੀ ਬਣਨ ਦੇ ਲਈ ਐਜੂਕੇਸ਼ਨ ਜਿਹੜੀ ਹੈ ਉਹਨਾਂ ਦੇ ਹਿਰਦੇ ਅੰਦਰ ਹੈ ਔਰ ਚੰਗੇ ਮਾੜੇ ਨੂੰ ਸਮਝਣ ਦੀ ਉਹਨਾਂ ਦੇ ਅੰਦਰ ਮਹਾਰਾਜ ਜੀ ਨੇ ਉਹਨਾਂ ਨੂੰ ਅਕਲ ਬੁੱਧ ਵੀ ਪ੍ਰਦਾਨ ਕੀਤੀ ਹੈ। ਪਰ ਸਭ ਕੁਝ ਜਾਣਦਿਆਂ ਬੁੱਝਦਿਆਂ ਸਮਝਦਿਆਂ ਹੋਇਆਂ ਵੀ ਸਾਡੇ ਘਰਾਂ ਦੇ ਵਿੱਚ ਕਈ ਵਾਰ ਇਹੋ ਜਿਹੇ ਖਿਆਲ ਪੈਦਾ ਹੋ ਜਾਂਦੇ ਨੇ, ਜਦੋਂ ਇਹ ਦਿਨ ਨਿਸ਼ਚਿਤ ਕੀਤਾ ਜਾਂਦਾ ਹੈ ਤੇ ਵਿੱਚੋਂ ਹੀ ਕੋਈ ਉੱਠ ਕੇ ਕਹਿ ਦਿੰਦਾ ਹੈ ਭਾਈ ਪਹਿਲਾਂ ਵੇਖ ਲਓ ਵੀ ਦਿਨ ਕਿਹੋ ਜਿਹੇ ਨੇ। ਆਹ ਸਿੰਘ ਸਾਹਿਬ ਜੀ ਬੈਠੇ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ, ਵਿਸ਼ੇਸ਼ ਕਰਕੇ ਅਸੀਂ ਅਮਰੀਕਾ ਦੇ ਵਿੱਚ ਸਿੰਘ ਸਾਹਿਬ ਇਕੱਠੇ ਰਹੇ ਹਾਂ, ਨਿਊਯਾਰਕ ਦੇ ਵਿੱਚ ਦਾਸ ਵੱਲੋਂ ਸੇਵਾ ਨਿਭਾਈ ਜਾਂਦੀ ਹੈ ਔਰ ਉੱਥੇ ਸਿੰਘ ਸਾਹਿਬ ਜੀ ਵੀ ਸੇਵਾ ਕਰਕੇ ਆਏ ਨੇ। ਇੰਡੀਆ ਦੀ ਧਰਤੀ ਦੇ ਉੱਤੇ ਤੇ ਵਿਸ਼ੇਸ਼ ਤੌਰ ਦੇ ਉੱਤੇ ਸਾਰੇ ਹੀ ਦਿਨ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਕਿਸੇ ਦਿਨ ਵੀ ਤੁਸੀਂ ਵਿਵਾਹ ਕਾਰਜ ਰੱਖ ਲੈਂਦੇ ਹੋ ਔਰ ਇਹ ਪ੍ਰੋਗਰਾਮ ਕੀਤੇ ਜਾਂਦੇ ਨੇ। ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਸਮਾਗਮਾਂ ਨੂੰ ਕਰਨ ਦੇ ਲਈ ਵੀਕ ਐਂਡ ਨੂੰ ਚੁਣਿਆ ਜਾਂਦਾ ਹੈ। ਉਹਦਾ ਕਾਰਨ ਤੁਸੀਂ ਸਾਰੇ ਸਿਆਣੇ ਹੋ, ਸਮਝਦੇ ਹੋ, ਕੰਮ ਕਾਜ ਦੇ ਦਿਨ ਹੁੰਦੇ ਨੇ। ਉਹਨਾਂ 5 ਦਿਨਾਂ ਦੇ ਵਿੱਚ ਜੇ ਕੋਈ ਵਿਅਕਤੀ ਆਪਣਾ ਕਾਰਜ ਰੱਖ ਵੀ ਲਵੇ ਤੇ ਜਿਹੜੇ ਆਉਣ ਵਾਲੇ ਸਕੇ ਸੰਬੰਧੀ ਸਨੇਹੀ ਹੁੰਦੇ ਨੇ, ਕਹਿੰਦੇ ਨੇ ਭਾਜੀ ਤੁਸੀਂ ਕਿੱਥੇ ਪ੍ਰੋਗਰਾਮ ਰੱਖ ਲਿਆ, ਸਾਡਾ ਕੰਮ ਦਾ ਦਿਨ ਹੈ, ਅਸੀਂ ਜੌਬ ਤੇ ਜਾਣਾ ਹੈ, ਅਸੀਂ ਕਿਵੇਂ ਆ ਸਕਦੇ ਹਾਂ। ਔਰ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਵਿਸ਼ੇਸ਼ ਤੌਰ ਤੇ ਉੱਥੇ ਸਾਰੇ ਕਾਰਜ ਵੀਕਐਂਡ ਤੇ ਕੀਤੇ ਜਾਂਦੇ ਨੇ, ਜਦੋਂ ਛੁੱਟੀ ਹੁੰਦੀ ਹੈ, ਛੁੱਟੀ ਦਾ ਦਿਨ ਹੁੰਦਾ ਹੈ। ਔਰ ਇਹਨਾਂ ਕਾਰਜਾਂ ਨੂੰ ਕਰਨ ਵਾਸਤੇ ਸਾਡੇ ਵਾਸਤੇ ਵੀ ਉੱਥੇ ਬੜੀਆਂ ਸਮੱਸਿਆਵਾਂ ਆਉਂਦੀਆਂ ਨੇ। ਕਿੱਥੇ 7 ਦਿਨਾਂ ਦੇ ਵਿੱਚ ਪ੍ਰੋਗਰਾਮ ਜਿਹੜੇ ਨੇ ਉਹ ਵੰਡੇ ਜਾਣੇ ਹੁੰਦੇ ਨੇ ਤੇ ਕਿੱਥੇ 2 ਦਿਨਾਂ ਦੇ ਵਿੱਚ ਵੰਡਣੇ ਹੁੰਦੇ ਨੇ, ਬੜਾ ਔਖਾ ਹੁੰਦਾ ਹੈ। ਮੈਂ ਸਮਝਦਾ ਹਾਂ ਕਿ ਕਈ ਤਰ੍ਹਾਂ ਦੀਆਂ ਧਾਰਮਿਕ ਲੋਕਾਂ ਦੀਆਂ ਮਜਬੂਰੀਆਂ ਵੀ ਬਣ ਜਾਂਦੀਆਂ ਨੇ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਰਸਮ ਨੂੰ ਜਨਮ ਦੇਣਾ ਪੈ ਜਾਂਦਾ ਹੈ। ਜਿਵੇਂ ਵਿਸ਼ੇਸ਼ ਤੌਰ ਦੇ ਉੱਤੇ ਪਿਛਲੇ ਯੁੱਗ ਦੇ ਅੰਦਰ ਬਹੁਤ ਸਾਰੇ ਲੋਕ ਨਾ ਧਾਰਮਿਕ ਹੁੰਦੇ ਸਨ, ਨਾ ਧਾਰਮਿਕ ਅਦਾਰੇ ਹੁੰਦੇ ਸਨ, ਪਰ ਲੋਕਾਂ ਦੀਆਂ ਰਸਮਾਂ ਤਾਂ ਨਿਭਾਉਣੀਆਂ ਹੀ ਹੁੰਦੀਆਂ ਸਨ। ਔਰ ਫਿਰ ਉਹਨਾਂ ਧਾਰਮਿਕ ਲੋਕਾਂ ਨੇ ਕਈ ਤਰ੍ਹਾਂ ਦੀਆਂ ਤਰੀਕੇ, ਜੁਗਤੀਆਂ ਉਕਤੀਆਂ ਸੋਚੀਆਂ ਵੀ ਕਿਵੇਂ ਸਾਰਿਆਂ ਦੇ ਪ੍ਰੋਗਰਾਮ ਜਿਹੜੇ ਨੇ ਉਹ ਸਿਰੇ ਚਾੜੇ ਜਾਣ। ਸਾਡੇ ਵਾਸਤੇ ਵੀ ਇਹ ਸਮੱਸਿਆ ਬਣੀ। ਸਾਹਾ ਆਟਾ ਲੱਗਣਿਆ, ਸਾਹਾ ਦਾ ਅਰਥ ਹੈ ਵਿਆਹ ਦਾ ਦਿਨ ਨਿਸ਼ਚਿਤ ਕਰਨਾ, ਸਮਾਂ ਨਿਯਤ ਕਰਨਾ, ਜਿਸ ਦਿਨ ਦੇ ਵਿੱਚ ਅਸੀਂ ਆਪਣੇ ਬੇਟੇ ਬੇਟੀ ਦਾ ਵਿਵਾਹ ਕਰਨਾ ਹੈ। ਭਾਵੇਂ ਗੁਰਮਤਿ ਦੇ ਅੰਦਰ ਕਿਸੇ ਸਮੇਂ ਨੂੰ ਚੰਗਾ ਤੇ ਮਾੜਾ ਨਹੀਂ ਕਿਹਾ ਗਿਆ, ਪਰ ਆਮ ਤੌਰ ਦੇ ਉੱਤੇ ਪ੍ਰਚਲਿਤ ਰਵਾਇਤ ਬਣੀ ਹੋਈ ਹੈ। ਅੱਜ ਵੀ ਸਾਡੇ ਲੋਕਾਂ ਦੇ ਮਨਾਂ ਦੇ ਅੰਦਰ ਖਿਆਲ ਬਣੇ ਹੋਏ ਨੇ। ਪਹਿਲਾਂ ਪੁੱਛ ਲਈਏ ਜੀ ਭਾਈ ਸਾਹਿਬ ਜੀ ਨੂੰ, ਦਿਨ ਚੰਗਾ ਹੈ, ਦਿਨ ਮੰਦਾ ਹੈ, ਦਿਨ ਕਿਹੋ ਜਿਹਾ ਹੈ ਜਿਸ ਦਿਨ ਅਸੀਂ ਆਪਣੇ ਬੱਚੇ ਦਾ ਵਿਵਾਹ ਕਾਰਜ ਕਰਨਾ ਹੈ। ਹੁਣ ਜੇ ਚੰਗੇ ਮੰਦੇ ਦਿਨਾਂ ਦੀ ਗੱਲ ਕੀਤੀ ਜਾਵੇ ਤੇ ਗੁਰਬਾਣੀ ਤਾਂ ਇਹ ਕਹਿੰਦੀ ਹੈ, ਉਹ ਕਹਿੰਦੇ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲੇ ਭਗਤ ਹੋਈ। ਜੇ ਸਮੇਂ ਦੇ ਨਾਲ ਹੀ ਅਸੀਂ ਵੰਡ ਕਰੀਏ ਫਿਰ ਕਿਹੜਾ ਸਮਾਂ ਚੁਣੋਗੇ ਜਿਹਦੇ ਵਿੱਚ ਤੁਸੀਂ ਰੱਬ ਦੀ ਪੂਜਾ, ਉਪਾਸਨਾ, ਭਜਨ ਬੰਦਗੀ ਕਰ ਸਕੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਨੂੰ ਜਾਣੀਏ। ਕਹਿੰਦੇ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਇੱਕ ਪੰਡਤ ਆਇਆ, ਕਹਿੰਦਾ ਸਤਿਗੁਰੂ ਜੀ ਤੁਹਾਡੇ ਗੁਰਸਿੱਖ ਬੜੀ ਅਧਿਆਤਮਿਕਤਾ ਦੇ ਨਾਲ ਰੱਬ ਦੇ ਘਰ ਤੱਕ ਪਹੁੰਚਣ ਦੀਆਂ ਗੱਲਾਂ ਕਰਦੇ ਨੇ ਤੇ ਮੈਂ ਰੱਬ ਦੇ ਘਰ ਦੀ ਕਥਾ ਤੁਹਾਡੇ ਸਿੱਖਾਂ ਨੂੰ ਸੁਣਾਉਣੀ ਚਾਹੁੰਦਾ। ਔਰ ਸਤਿਗੁਰੂ ਜੀ ਸਾਰਿਆਂ ਨੂੰ ਜੀ ਆਇਆਂ ਆਖਦੇ ਸਨ। 52 ਤਰ੍ਹਾਂ ਦੇ ਕਵੀ ਪੌਂਟਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਗੁਰੂ ਸਾਹਿਬ ਨੇ ਰੱਖੇ ਸਨ। ਹਰ ਇੱਕ ਵਿਦਵਾਨ ਨੂੰ ਸਮਾਂ ਦਿੱਤਾ ਜਾਂਦਾ ਸੀ, ਉਹਦੇ ਖਿਆਲ ਸੁਣੇ ਜਾਂਦੇ ਸਨ। ਗੁਰੂ ਤਾਂ ਅੰਦਰ ਦੀਆਂ ਜਾਣਨ ਵਾਲਾ ਹੈ। ਸਤਿਗੁਰੂ ਜੀ ਨੇ ਕਿਹਾ ਪ੍ਰੋਹਤ ਜੀ ਚਲੋ ਸੁਣਾਓ ਤੁਸੀਂ ਕਥਾ। ਕੁਝ ਦਿਨ ਕਥਾ ਹੋਈ, ਪੰਡਤ ਜੀ ਹੁਣਾਂ ਦੀ ਕਥਾ ਮੁੱਕ ਗਈ ਗ੍ਰੰਥ ਤੋਂ। ਕਹਿਣ ਲੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਮਹਾਰਾਜ ਮੈਂ ਨਾ ਕੁਝ ਗ੍ਰੰਥ ਹੋਰ ਕਾਂਸ਼ੀ ਤੋਂ ਲੈ ਕੇ ਆਉਣੇ ਨੇ ਤੇ ਉਹਨਾਂ ਦੀ ਫਿਰ ਮੈਂ ਕਥਾ ਸਿੰਘਾਂ ਨੂੰ ਸੁਣਾਵਾਂਗਾ। ਹਜੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਪ੍ਰੋਹਤ ਜੀ, ਪਾਂਦਾ ਜੀ, ਪੰਡਤ ਜੀ ਇੰਝ ਕਰੋ ਲੈ ਆਓ ਫਿਰ ਗ੍ਰੰਥ। ਕਹਿੰਦੇ ਪਹਿਲਾਂ ਮੈਨੂੰ ਮਹੂਰਤ ਕੱਢਣਾ ਪੈਣਾ, ਪਹਿਲਾਂ ਮੈਨੂੰ ਸਾਹਾ ਦੇਖਣਾ ਪੈਣਾ, ਸਮਾਂ ਨਿਸ਼ਚਿਤ ਕਰਨਾ ਪੈਣਾ, ਕਿਉਂਕਿ ਸਭ ਕੁਝ ਮੈਂ ਨਾ ਵੇਦਾਂ ਸ਼ਾਸਤਰਾਂ ਅਨੁਸਾਰ ਮਹੂਰਤ ਕੱਢ ਕੇ ਫਿਰ ਕਰਦਾ ਹਾਂ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿੱਦਣ ਤੁਹਾਡਾ ਮਹੂਰਤ ਚੰਗਾ ਹੋਏਗਾ ਨਾ ਉਦਣ ਆ ਜਿਓ ਜੇ, ਨਾਲੇ ਮਾਇਆ ਵੀ ਲੈ ਜਿਓ, ਧਨ ਵੀ ਲੈ ਜਿਓ। ਤੁਸੀਂ ਰਾਹ ਪੈਂਡੇ ਵਿੱਚ ਜਾਣਾ ਹੈ,
ਤੁਹਾਨੂੰ ਰਾਹ ਵਿੱਚ ਕੁਝ ਖਰਚਾ ਵੀ ਚਾਹੀਦਾ ਹੈ, ਗ੍ਰੰਥ ਵੀ ਤੁਸੀਂ ਲੈ ਕੇ ਆਉਣੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋਲ ਪ੍ਰੋਤ ਜੀ ਆ ਗਏ, ਕਹਿਣ ਲੱਗੇ ਸਤਿਗੁਰੂ ਜੀ ਕੱਲ੍ਹ ਦਾ ਮੁਹੂਰਤ ਬਹੁਤ ਚੰਗਾ ਨਿਕਲਿਆ ਤੇ ਤੁਸੀਂ ਇੰਜ ਕਰੋ, ਦਿਓ ਮੈਨੂੰ ਕੁਝ ਭੇਟਾ ਤੇ ਮੈਂ ਗ੍ਰੰਥ ਲੈ ਕੇ ਆਵਾਂ। ਹਜੂਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਧਨ ਦਿੱਤਾ, ਹਜੂਰ ਨੇ ਤੋਰ ਦਿੱਤਾ। ਪੰਡਤ ਜੀ ਅਗਲੇ ਦਿਨ ਸ਼ਾਮ ਨੂੰ ਫਿਰ ਕਥਾ ਕਰਨ ਵਾਸਤੇ ਵਾਪਸ ਆ ਗਏ। ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਪ੍ਰੋਤ ਜੀ ਨੂੰ ਪੁੱਛਦੇ ਨੇ, ਕਹਿੰਦੇ ਪਾਂਧਾ ਜੀ, ਪੰਡਤ ਜੀ, ਇੱਕ ਗੱਲ ਤੇ ਦੱਸੋ ਵੀ ਤੁਸੀਂ ਕਹਿੰਦੇ ਸੀ ਵੀ ਮੁਹੂਰਤ ਅਸੀਂ ਕੱਢ ਲਿਆ, ਸਮਾਂ ਅਸੀਂ ਨਿਸ਼ਚਿਤ ਕਰ ਲਿਆ, ਦਿਨ ਅਸੀਂ ਜਿਹੜਾ ਹੈ ਉਹ ਪੱਕਾ ਕਰ ਲਿਆ ਵੀ ਕੱਲ੍ਹ ਨੂੰ ਜਾ ਕੇ ਕਾਂਚੀ ਤੋਂ ਗ੍ਰੰਥ ਲੈ ਕੇ ਆਉਣੇ ਨੇ, ਤੇ ਤੁਸੀਂ ਗ੍ਰੰਥ ਲੈਣ ਗਏ ਨਹੀਂ, ਫਿਰ ਦਰਬਾਰ ਵਿੱਚ ਆ ਗਏ ਹੋ। ਹਜੂਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪ੍ਰੋਹਤ ਕਹਿਣ ਲੱਗਾ ਸਤਿਗੁਰੂ ਜੀ ਸਭ ਕੁਝ ਠੀਕ ਠਾਕ ਸੀ, ਪੱਤਰੀਆਂ ਵਾਚੀਆਂ ਸਨ, ਗ੍ਰੰਥ ਫੋਲੇ ਸਨ, ਮੰਤਰ ਪੜ੍ਹੇ ਸਨ, ਸਭ ਕੁਝ ਕਰਨ ਕਾਰਨ ਤੋਂ ਬਾਅਦ ਜਿਹੜਾ ਮੁਹੂਰਤ ਨਿਕਲਿਆ ਸੀ ਉਸ ਮੁਹੂਰਤ ਦੇ ਉੱਤੇ ਤੁਹਾਡੇ ਕੋਲੋਂ ਪੈਸੇ ਵੀ ਲੈ ਲਏ ਸਨ ਵੀ ਕਾਂਚੀ ਜਾਣਾ, ਗ੍ਰੰਥ ਲੈ ਕੇ ਆਉਣੇ ਨੇ। ਘਰੋਂ ਤੁਰ ਪਿਆ ਸਾਂ, ਥੋੜ੍ਹੀ ਦੂਰ ਗਈ ਤੇ ਅਪਸ਼ਗਨੀ ਹੋ ਗਈ। ਮਹਾਰਾਜ ਕਹਿਣ ਲੱਗੇ ਕੀ ਅਪਸ਼ਗਨੀ ਹੋ ਗਈ? ਕਹਿੰਦੇ ਜੀ ਖੋਤਾ ਹਣਕ ਪਿਆ। ਲਓ ਜੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਫਿਰ ਕੀ ਹੋਇਆ ਜੀ? ਕਹਿੰਦੇ ਸਾਡੇ ਵੇਦ ਸ਼ਾਸਤਰ ਕਹਿੰਦੇ ਨੇ ਵੀ ਜਦੋਂ ਕਿਸੇ ਚੰਗੇ ਕੰਮ ਦੇ ਉੱਤੇ ਜਾਣਾ ਹੋਵੇ ਨਾ, ਇਹਨਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਹੈ। ਸਾਧ ਸੰਗਤ ਜੀ, ਇਹ ਗੱਲ ਸਿਰਫ ਉਹਨਾਂ ਦੀ ਨਹੀਂ, ਇਹ ਗੱਲ ਅੱਜ ਸਿੱਖੀ ਵਿੱਚ ਵੀ ਆ ਚੁੱਕੀ ਹੋਈ ਹੈ। ਬਿੱਲੀ ਰਾਹ ਕੱਟ ਗਈ ਤੇ ਕੰਮ ਨਹੀਂ ਜੇ ਹੋਣਾ ਜੀ। ਤੁਰ ਪਏ ਘਰੋਂ, ਭਾਵੇਂ ਸਵੇਰੇ ਉੱਠ ਕੇ ਨਿਤਨੇਮ ਕੀਤਾ ਹੋਵੇ, ਬਾਣੀ ਸੁਖਮਨੀ ਸਾਹਿਬ ਦੀ ਪੜ੍ਹ ਕੇ ਆਸਾ ਦੀ ਵਾਰ ਦਾ ਕੀਰਤਨ ਵੀ ਸੰਪੂਰਨ ਸੁਣਿਆ ਹੋਵੇ, ਤੇ ਇੱਥੋਂ ਤੱਕ ਭਾਵਨਾ ਨਾਲ ਗਿਆਨੀ ਜੀ ਹੁਣਾਂ ਪਾਸੋਂ ਆ ਕੇ ਗੁਰੂ ਚਰਨਾਂ 'ਚ ਅਰਦਾਸ ਵੀ ਕਰਾਈ ਹੋਵੇ ਕਿ ਮਹਾਰਾਜ ਜੀ ਕੰਮ ਕਾਜ ਤੇ ਚੱਲੇ ਆ, ਕਿਰਪਾ ਕਰਿਓ, ਤੇ ਤੁਰ ਪਏ ਤੇ ਘਰੋਂ ਨਿਕਲਦੇ ਬੱਚੇ ਨੇ ਕਿਤੇ ਜਵਾਕ ਛੋਟੇ ਜਿਹੇ ਨੇ ਛਿੱਕ ਮਾਰ ਦਿੱਤੀ, ਨਾ ਜੀ ਹੁਣ ਨਹੀਂ ਜਾਣਾ ਜੀ, ਬੱਚੇ ਨੇ ਛਿੱਕ ਮਾਰ ਦਿੱਤੀ ਜੀ, ਖਾਲੀ ਟੋਕਰਾ ਲੈ ਕੇ ਕੋਈ ਅੱਗੋਂ ਦੀ ਲੰਘ ਗਿਆ ਜੀ, ਬਿੱਲੀ ਰਾਹ ਕੱਟ ਗਈ ਜੀ। ਇਹੋ ਜਿਹੇ ਜਿਹੜੀਆਂ ਰਸਮਾਂ, ਇਹੋ ਜਿਹੇ ਵਿਚਾਰ ਸਾਡੇ ਵਿੱਚ ਵੀ ਨੇ। ਪੰਡਤ ਜੀ ਕਹਿਣ ਲੱਗੇ ਸਤਿਗੁਰੂ ਗਏ ਤਾਂ ਸਾਂ, ਮੁਹੂਰਤ ਵੀ ਬੜਾ ਚੰਗਾ ਸੀ, ਪਰ ਰਾਹ ਵਿੱਚ ਹਾਲੇ ਥੋੜ੍ਹੀ ਦੂਰ ਹੀ ਗਏ ਸਾਂ ਵੀ ਖੋਤਾ ਹਣਕ ਪਿਆ, ਤੇ ਹੁਣ ਸਾਡਾ ਜਿਹੜਾ ਸਾਡੇ ਗ੍ਰੰਥ ਜਿਹੜੇ ਨੇ, ਸਾਡੀ ਵਿਚਾਰਧਾਰਾ ਜਿਹੜੀ ਉਹ ਕਹਿੰਦੀ ਉਹ ਕੰਮ ਨਹੀਂ ਹੋ ਸਕਦਾ ਜੇ ਕੋਈ ਬੰਦਾ ਕੰਮ ਤੇ ਜਾਵੇ ਤੇ ਅੱਗੇ ਖੋਤਾ ਹਣਕਣ ਵਾਲਾ ਮਿਲ ਪਵੇ। ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਪੰਡਤ ਜੀ ਹੈ ਤਾਂ ਤੁਸੀਂ ਵਿਦਵਾਨ, ਦੇਣੀ ਤਾਂ ਤੁਸੀਂ ਸੀ ਲੋਕਾਂ ਨੂੰ ਸਿੱਖਿਆ, ਤੇ ਤੁਸੀਂ ਇਹ ਵੀ ਕਹਿੰਦੇ ਹੋ ਵੀ ਜਿਨ੍ਹਾਂ ਵਿਦਾਂਤਾਂ ਦੀ, ਜਿਨ੍ਹਾਂ ਸਮਰਤੀਆਂ ਸ਼ਾਸਤਰਾਂ ਦੀ ਅਸੀਂ ਕਥਾ ਕਰਦੇ ਹਾਂ ਉਹ ਬੜੇ ਮਹਾਨ ਨੇ, ਬੜੇ ਪੂਜਨੀਕ ਨੇ, ਬੜੇ ਉੱਚੇ ਸੁੱਚੇ ਨੇ। ਜਿਹੜਾ ਇਹਨਾਂ ਦੀ ਅਗਵਾਈ ਲੈ ਕੇ ਕੰਮ ਕਰੇਗਾ, ਜੀਵਨ ਦੇ ਅੰਦਰ ਕਿਤੇ ਕੋਈ ਕਮੀ ਘਾਟ ਨਹੀਂ ਆਏਗੀ, ਉਹਨਾਂ ਦਾ ਕੰਮ ਰੁਕੇਗਾ ਨਹੀਂ। ਹੈਰਾਨੀ ਵਾਲੀ ਗੱਲ ਹੈ ਵੀ ਮੁਹੂਰਤ ਕੱਢਿਆ ਤੁਹਾਡਾ, ਕਿਹੜੇ ਕੰਮ ਪੜ੍ਹੇ ਹੋਏ ਮੰਤਰ ਤੇ ਖੋਜੇ ਹੋਏ ਤੁਹਾਡੇ ਇਹ ਧਾਰਮਿਕ ਗ੍ਰੰਥ ਕਿਹੜੇ ਕੰਮ, ਜੇ ਇਹਨਾਂ ਤੋਂ ਵੱਡਾ ਖੋਤੇ ਦਾ ਹਿਣਕਣਾ ਹੀ ਹੋਇਆ ਵੀ ਖੋਤੇ ਦੇ ਹਿਣਕਣ ਨੇ ਸਭ ਕੁਝ ਦੇ ਉੱਤੇ ਪਾਣੀ ਫੇਰ ਕੇ ਰੱਖ ਦਿੱਤਾ, ਫਿਰ ਉਹਦੀ ਤੇ ਕੋਈ ਅਹਿਮੀਅਤ ਨਾ ਹੋਈ। ਸਾਫ਼ ਤੌਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਮਝਾਉਣਾ ਚਾਹੁੰਦੇ ਸਨ, ਕਹਿੰਦੇ ਸਿੱਖਾ ਚੰਗਾ ਮੰਦਾ ਤੇਰੇ ਆਪਣੇ ਅੰਦਰ ਬੈਠਾ ਹੈ, ਤੇਰੀ ਵਿਚਾਰਧਾਰਾ ਦੇ ਅੰਦਰ। ਹੁਣ ਜੇ ਤੂੰ ਸੋਚ ਹੀ ਲਿਆ ਵੀ ਖੋਤੇ ਦੇ ਹਿਣਕਣ ਨਾਲ ਕੰਮ ਨਹੀਂ ਹੋਣਾ, ਪਹਿਲਾਂ ਹੀ ਤੇਰੇ ਅੰਦਰ ਜਿਹੜੀ ਹੈ ਉਹ ਭਾਵਨਾ ਤੇਰੀ ਗਿਰਾਵਟ ਵਾਲੀ ਹੋ ਗਈ, ਫਿਰ ਭਲਾ ਕੰਮ ਕਿੱਥੋਂ ਹੋਣਾ? ਤੇ ਭਾਵੇਂ ਸਿੱਖ ਜਿਹੜਾ ਬਾਣੀ ਪੜ੍ਹ ਕੇ ਤੁਰ ਪਵੇ, ਖੋਤਾ ਹਣਕੀ ਜਾਵੇ, ਬਿੱਲੀਆਂ ਰਾਹ ਕੱਟੀ ਜਾਣ, ਉਹਦੇ ਮਨ ਦੇ ਅੰਦਰ ਵਿਸ਼ਵਾਸ ਹੋਵੇ ਵੀ ਜਿਹੜੇ ਕੰਮ ਵਾਸਤੇ ਮੈਂ ਕਰਨ ਨੂੰ ਜਾ ਰਿਹਾ ਨਾ, ਮੈਂ ਇਸ ਕੰਮ ਦੇ ਵਿੱਚ ਪੂਰਨ ਭਰਪਾਕ ਮੈਂ ਤਿਆਰੀ ਕਰਕੇ ਚੱਲਿਆ, ਦੁਨੀਆ ਦੀ ਕੋਈ ਤਾਕਤ ਮੇਰੇ ਇਸ ਕੰਮ ਨੂੰ ਪੂਰਨ ਹੋਣ ਤੋਂ ਰੋਕ ਨਹੀਂ ਸਕਦੀ। ਤੇ ਦੂਸਰੀ ਗੱਲ ਇਹ ਕਿ ਮੈਂ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੁਰਿਆ ਹਾਂ, ਭਲਾ ਮੇਰੇ ਇਸ ਕੰਮ ਨੂੰ ਹੁਣ ਕੋਈ ਪੂਰਨ ਹੋਣ ਤੋਂ ਰੋਕ ਕੌਣ ਸਕਦਾ ਹੈ? ਭਰੋਸਾ ਹੋਵੇ, ਵਿਸ਼ਵਾਸ ਹੋਵੇ ਗੁਰੂ ਦੇ ਉੱਤੇ, ਫਿਰ ਜ਼ਿੰਦਗੀ ਦੇ ਅੰਦਰ ਕੋਈ ਵੀ ਕੰਮ ਜਿਹੜਾ ਹੈ ਉਹ ਜਿਹੜਾ ਰੁਕ ਨਹੀਂ ਸਕਦਾ। ਸਾਹਾ ਅਟਲ ਗਣਿਆ, ਦੁਨੀਆ ਦੇ ਸਾਹੇ ਕਿਸੇ ਆਪਣੇ ਬੱਚੇ ਦਾ ਆਨੰਦ ਕਾਰਜ ਕਰਨ ਵਾਸਤੇ ਕਿਸੇ ਨੇ ਕਿਸੇ ਵਿਅਕਤੀ ਦੇ ਕੋਲੋਂ ਲਵਾ ਵੀ ਲਿਆ ਨਾ, ਜ਼ਰੂਰੀ ਨਹੀਂ ਕਿ ਉਹ ਅਟਲ ਹੋਏਗਾ। ਤੁਸੀਂ ਇਸ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਪੜ੍ਹਦੇ ਹੋ, ਖੁਸ਼ੀਆਂ ਦੇ ਮਾਹੌਲ ਗਮੀਆਂ ਵਿੱਚ ਤਬਦੀਲ ਹੋ ਜਾਂਦੇ ਨੇ। ਬਹੁਤ ਸਾਰੀਆਂ ਖੁਸ਼ੀਆਂ ਕੀਤੀਆਂ ਹੁੰਦੀਆਂ ਨੇ, ਗੁਰੂ ਮਹਾਰਾਜ ਜੀ ਦਾ ਪਾਠ ਵੀ ਰਖਾਇਆ ਹੁੰਦਾ ਹੈ, ਅਰਦਾਸਾਂ ਕੀਰਤਨ ਵੀ ਕਰਵਾਏ ਹੁੰਦੇ ਨੇ, ਪਰ ਜ਼ਰੂਰੀ ਤੇ ਨਹੀਂ ਕਿ ਜਿਹੜਾ ਤੁਸੀਂ ਇਹ ਸਾਹਾ ਰੱਖਿਆ ਉਹ ਖੁਸ਼ੀਆਂ ਵਾਲਾ ਹੀ ਹੋਵੇ, ਇਹ ਅਟਲ ਹੋ ਨਿਬੜੇ। ਪਰ ਮਹਾਰਾਜ ਜੀ ਕਹਿੰਦੇ ਇੱਕ ਉਹ ਸਾਹਾ ਹੈ ਜਿਹਨੂੰ ਟਾਲਿਆ ਨਹੀਂ ਜਾ ਸਕਦਾ। ਉਹ ਸਾਹਾ ਕਿਹੜਾ ਹੈ? ਉਹ ਹੈ ਸਾਹਾ ਗੁਰਮਤਿ ਦਾ। ਜਦੋਂ ਗੁਰੂ ਦਾ ਗਿਆਨ, ਗੁਰੂ ਦੀ ਉਪਦੇਸ਼, ਗੁਰੂ ਦੀ ਸਿੱਖਿਆ
ਹਿਰਦੇ ਅੰਦਰ ਆ ਵਸਦੀ ਹੈ। ਫਿਰ ਮਨੁੱਖ ਇਹ ਥੋੜ੍ਹੀ ਕਹਿੰਦਾ ਵੀ ਮੈਂ ਚੰਗਾ ਕਰਨ ਤੁਰਿਆ ਹਾਂ, ਮਾੜਾ ਕਿਉਂ ਹੋ ਗਿਆ। ਫਿਰ ਤੇ ਇਹਦੇ ਅੰਦਰੋਂ ਆਵਾਜ਼ ਨਿਕਲਦੀ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਫਿਰ ਇਹ ਕੋਈ ਗਿਲਾ ਸ਼ਿਕਵਾ ਨਹੀਂ ਕਰਦਾ, ਕਹਿੰਦਾ ਸਤਿਗੁਰੂ ਤੇਰੇ ਉੱਤੇ ਭਰੋਸਾ ਹੈ ਨਾ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਪਰ ਹਕੀਕਤ ਸੱਜਣੋ ਇਹ ਹੈ ਕਿ ਅੱਜ ਦੇ ਜਿਹੜੇ ਧਾਰਮਿਕ ਲੋਕ ਨੇ, ਭਾਵੇਂ ਅਸੀਂ ਆ ਤੇ ਭਾਵੇਂ ਕੋਈ ਹੈ, ਕਿਸੇ ਵੀ ਧਰਮ ਦਾ ਵਿਅਕਤੀ ਹੈ, ਉਹ ਸਾਡੇ ਅੰਦਰ ਦੀ ਹਾਲਤ ਨੂੰ ਸਮਝ ਚੁੱਕਿਆ ਹੋਇਆ, ਉਹ ਸਾਡੀ ਮਾਨਸਿਕਤਾ ਨੂੰ ਜਾਣ ਚੁੱਕਿਆ ਹੋਇਆ। ਇਸ ਕਰਕੇ ਉਹ ਇਹੋ ਜਿਹਾ ਅਡੰਬਰ ਰਚਦਾ ਹੈ ਜਿਹਦੇ ਵਿੱਚ ਅਸੀਂ ਫਸਦੇ ਜਾ ਰਹੇ ਹਾਂ। ਆ ਤੁਸੀਂ ਥੋੜ੍ਹੇ ਦਿਨ ਪਹਿਲਾਂ ਫੇਸਬੁੱਕ ਦੇ ਉੱਤੇ ਵੀ, ਸੋਸ਼ਲ ਮੀਡੀਆ ਦੇ ਵਿੱਚ ਵੀ ਇੱਕ ਬਹੁਤ ਸਾਰੀ ਵੱਡੀ ਖਬਰ ਪੜ੍ਹੀ ਹੋਏਗੀ ਕਿ ਤਰਨਤਾਰਨ ਦੇ ਰਸਤੇ ਦੇ ਵਿੱਚ ਇੱਕ ਬੜਾ ਵੱਡਾ ਬੋਰਡ ਲੱਗਾ ਹੋਇਆ ਹੈ, ਔਰ ਉਸ ਬੋਰਡ ਦੇ ਉੱਤੇ ਹੈਡਿੰਗ ਲਿਖਿਆ ਹੋਇਆ ਗੁਰਦੁਆਰਾ ਨਾਰੀਅਲ ਸਾਹਿਬ। ਸਿੰਘ ਸਾਹਿਬ ਜੀ, ਗੁਰਦੁਆਰਾ ਨਾਰੀਅਲ ਸਾਹਿਬ। ਮੈਂ ਹੈਰਾਨ ਹੋ ਗਿਆ ਵੀ ਨਾਂ ਕਿਹੋ ਜਿਹਾ ਹੈ, ਔਰ ਫਿਰ ਥੱਲੇ ਜੋ ਕੁਝ ਲਿਖਿਆ ਹੋਇਆ ਉਹ ਤੁਸੀਂ ਆਪ ਪੜ੍ਹ ਸਕਦੇ ਹੋ। ਭਈ ਇਸ ਗੁਰਦੁਆਰੇ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਆ ਕੇ ਨਾਰੀਅਲ ਚੜਾਓ, ਔਰ ਨਾਰੀਅਲ ਦੇ ਨਾਲ ਆ ਕੇ ਗਿਆਨੀ ਜੀ ਉਹਨਾਂ ਕੋਲੋਂ ਅਰਦਾਸ ਕਰਾਓ। ਔਰ ਉਸ ਗੁਰਦੁਆਰੇ ਦਾ, ਗੁਰਦੁਆਰਾ ਤੇ ਕਹਿਣਾ ਨਹੀਂ ਬਣਦਾ ਪਰ ਉਹਨੇ ਨਾਂ ਰੱਖ ਲਿਆ, ਉਸ ਡੇਰੇ ਦਾ ਮਹੰਤ ਜਿਹੜਾ ਹੈ ਉਹ ਵਿਸ਼ੇਸ਼ ਤੌਰ ਦੇ ਉੱਤੇ ਹਦਾਇਤਾਂ ਕਰਦਾ ਵੀ ਕਿੰਨੇ ਵਜੇ ਅਰਦਾਸ ਹੋਣੀ ਹੈ, ਪਾਠ ਦੀ ਭੇਟਾ ਕੀ ਲੱਗਣੀ ਹੈ, ਔਰ ਕਿਹੜੇ ਤਰੀਕੇ ਨਾਲ ਤੁਸੀਂ ਆ ਕੇ ਇੱਥੇ ਨਾਰੀਅਲ ਚੜਾਓਗੇ ਤੇ ਤੁਹਾਡੀ ਸੁਖਨਾ ਜਿਹੜੀ ਹੈ ਉਹ ਪੂਰੀ ਹੋਣੀ ਹੈ। ਹੈਰਾਨੀ ਵਾਲੀ ਗੱਲ, ਮੈਨੂੰ ਇੱਕ ਸਿੱਖ ਦਾ ਫੋਨ ਆਇਆ ਨਿਊਯਾਰਕ ਦੀ ਧਰਤੀ ਤੋਂ, ਕਹਿਣ ਲੱਗੇ ਬਾਬਾ ਜੀ ਨਾਂ ਤੇ ਗੁਰਦੁਆਰਿਆਂ ਦੇ ਹੋਰ ਵੀ ਬੜੇ ਸੁਣੇ, ਪਰ ਗੁਰਦੁਆਰਾ ਨਾਰੀਅਲ ਸਾਹਿਬ। ਮੈਂ ਕਿਹਾ ਉਹ ਸਾਡੀ ਮਾਨਸਿਕਤਾ ਨੂੰ ਜਾਣਦਾ, ਉਹਨੂੰ ਪਤਾ ਹੈ ਕਿ ਸਿੱਖਾਂ ਦਾ ਨਾਰੀਅਲ ਦੇ ਨਾਲ ਬੜਾ ਵੱਡਾ ਸੰਬੰਧ ਜੁੜ ਚੁੱਕਿਆ ਹੋਇਆ। ਤੁਸੀਂ ਅਖੰਡ ਪਾਠ ਰਖਾਉਂਦੇ ਹੋ ਨਾ, ਨਾਰੀਅਲ ਰੱਖ ਦਿੰਦੇ ਹੋ ਕੁੰਭ ਦੇ ਉੱਤੇ, ਘੜੇ ਦੇ ਉੱਤੇ ਲਾਲ ਕੱਪੜੇ ਵਿੱਚ ਲਪੇਟ ਕੇ, ਉੱਤੇ ਗਲੋਲ ਲਾਲ ਧਾਗਾ ਬੰਨ੍ਹ ਕੇ। ਇਹਦਾ ਕਾਰਨ ਕੀ ਹੈ? ਕਦੇ ਅਸੀਂ ਸੋਚਿਆ, ਕਦੇ ਅਸੀਂ ਜਾਣਿਆ, ਕਦੇ ਅਸੀਂ ਸਮਝਿਆ ਵੀ ਗੁਰਮਤਿ ਦੇ ਅੰਦਰ ਗੁਰਬਾਣੀ ਪਾਠ ਦੀ ਤੇ ਮਹਾਨਤਾ ਹੈ, ਪਰ ਇਹਨਾਂ ਚੀਜ਼ਾਂ ਦੀ ਮਹਾਨਤਾ ਕੀ ਹੈ ਔਰ ਅਸੀਂ ਸਮਝੇ ਨਹੀਂ। ਪਰ ਜਿਨ੍ਹਾਂ ਲੋਕਾਂ ਨੇ ਇਹ ਪ੍ਰਪੰਚ ਰਚਾਇਆ ਸੀ ਨਾ, ਉਹਨਾਂ ਲੋਕਾਂ ਨੇ ਸਾਡੇ ਧਰਮ ਦੇ ਅੰਦਰ ਵੀ ਵਾੜ ਦਿੱਤਾ। ਨਾਰੀਅਲ ਜਿਹੜਾ ਉਹ ਕਿਉਂ ਰੱਖਿਆ ਜਾਂਦਾ ਹੈ? ਨਾਰੀਅਲ ਕਿਉਂ ਤੁਸੀਂ ਦੇਖਦੇ ਹੋ ਕੋਈ ਬੰਦਾ ਕੋਈ ਕੰਮ ਕਾਜ ਸ਼ੁਰੂ ਕਰਨ ਲੱਗੇ, ਉਹ ਪਹਿਲਾਂ ਨਾਰੀਅਲ ਭੰਨਦਾ ਹੈ। ਕਿਸੇ ਨੇ ਨਵੀਂ ਗੱਡੀ ਲਈ, ਉਹਦੇ ਅੱਗੇ ਜਾ ਕੇ ਠਾਹ ਨਾਰੀਅਲ ਮਾਰ ਕੇ ਉਹਨੂੰ ਭੰਨ ਦਿੱਤਾ ਜਾਂਦਾ। ਗੁਰਦੁਆਰਿਆਂ ਮੰਦਿਰਾਂ ਦੇ ਵਿੱਚ ਨਾਰੀਅਲ ਚੜਾਏ ਜਾਂਦੇ ਨੇ, ਕਾਹਦੇ ਵਾਸਤੇ? ਤੁਸੀਂ ਗੁਰਬਾਣੀ ਨੂੰ ਪੜ੍ਹੋ, ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਸਾਨੂੰ ਬੜਾ ਗੋਝ ਬਖਸ਼ਿਸ਼ ਕੀਤਾ। ਪੁਰਾਤਨ ਸਮੇਂ ਦੇ ਅੰਦਰ, ਹੁਣ ਵੀ ਸਨਾਤਨ ਮਤ ਦੇ ਅੰਦਰ ਨਾ, ਜਦੋਂ ਕਿਸੇ ਵਿਅਕਤੀ ਨੇ ਕਿਸੇ ਦੇਵੀ ਦੇਵਤੇ ਨੂੰ ਖੁਸ਼ ਕਰਨਾ ਹੁੰਦਾ ਸੀ, ਹਵਨ ਜਗ ਕੀਤੇ ਜਾਂਦੇ ਸਨ, ਪੂਜਾ ਦਾ ਵਿਧਾਨ ਬਣਾਇਆ ਜਾਂਦਾ ਸੀ, ਔਰ ਉਹਨਾਂ ਦੇ ਮਨ ਦੇ ਅੰਦਰ ਖਿਆਲ ਹੁੰਦਾ ਸੀ ਵੀ ਜਿਸ ਅਸੀਂ ਦੇਵੀ ਦੇਵਤੇ ਨੂੰ ਖੁਸ਼ ਕਰਨਾ ਹੈ, ਉਹਦੇ ਅੱਗੇ ਅਸੀਂ ਆਪਣੀ ਸਭ ਤੋਂ ਵਧੀਆ ਚੀਜ਼ ਭੇਟਾ ਕਰਨੀ। ਜਿਵੇਂ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਸਿੱਖਾ ਸਭ ਤੋਂ ਵਧੀਆ ਚੀਜ਼ ਭਲਾ ਤੇਰੇ ਕੋਲ ਕਿਹੜੀ ਹੈ? ਉਹ ਚੀਜ਼ ਮੰਗੀ ਸੀ 1699 ਈਸਵੀ ਦੀ ਵਿਸਾਖੀ ਨੂੰ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਕਹਿਣ ਲੱਗੇ ਮੈਨੂੰ ਤੁਹਾਡੇ ਪੈਸੇ ਧਨ ਦੌਲਤ ਦੀ ਲੋੜ ਨਹੀਂ ਹੈ, ਇਸ ਗੁਰੂ ਘਰ ਦੇ ਵਿੱਚ ਕਿਸੇ ਪੈਸੇ ਧਨ ਦੌਲਤ ਦੀ ਕਮੀ ਹੈ, ਮੈਨੂੰ ਤੁਹਾਡੇ ਸੋਹਣੇ ਵਸਤਰਾਂ ਦੀ, ਸੋਹਣੇ ਘੋੜਿਆਂ ਸੋਹਣੀਆਂ ਚੀਜ਼ਾਂ ਦੀ ਲੋੜ ਨਹੀਂ ਹੈ, ਗੁਰੂ ਖੁਸ਼ ਹੋ ਜਾਏਗਾ। ਅੱਜ ਦੇ ਗੁਰੂ ਤੇ ਇਹਨਾਂ ਚੀਜ਼ਾਂ ਉੱਤੇ ਰੀਝਦੇ ਨੇ ਨਾ, ਵੀ ਦੇਖੋ ਜੀ ਭੇਟਾ ਕਿੰਨੀ ਮਿਲੀ ਹੈ, ਸਾਡੇ ਪੈਰ ਘੁੱਟਣ ਵਾਲੇ ਕਿੰਨੇ ਕੁ ਸਾਡੇ ਚੇਲੇ ਆਏ ਨੇ, ਸਾਡਾ ਅਦਬ ਸਤਿਕਾਰ ਕਰਕੇ ਸਾਨੂੰ ਅਰਪਣ ਕੀ ਕਰਦੇ ਨੇ, ਉਹਨਾਂ ਦਾ ਤਰਾਜੂ ਇਹਦੇ ਉੱਤੇ ਟਿਕਿਆ ਹੋਇਆ ਹੈ। ਪਰ ਕਲਗੀਆਂ ਵਾਲੇ ਕਹਿੰਦੇ ਨਹੀਂ, ਮੈਂ ਸੰਸਾਰ ਦੇ ਅੰਦਰ ਨਵੇਕਲਾ ਪੰਥ ਚਲਾਉਣ ਵਾਸਤੇ ਆਇਆ, ਜਿਹਦੀ ਹੋਰ ਮਿਸਾਲ ਕੋਈ ਨਹੀਂ ਹੋਏਗੀ। ਹਿੰਦੁਸਤਾਨ ਦੇ ਗਲ ਵਿੱਚ ਪਈ ਹੋਈ ਗੁਲਾਮੀ ਦਾ ਜੂੜਾ ਕੱਟਣ ਵਾਸਤੇ ਆਇਆ ਹਾਂ, ਤੇ ਇਸ ਗੁਲਾਮੀ ਦੀ ਜੰਜੀਰਾਂ ਨੂੰ ਕੱਟਣ ਵਾਸਤੇ ਮੈਨੂੰ ਤੁਹਾਡੇ ਕੋਲ ਸਭ ਤੋਂ ਜਿਹੜੀ ਕੀਮਤੀ ਚੀਜ਼ ਹੈ ਉਹ ਚਾਹੀਦੀ ਹੈ। ਔਰ ਕਲਗੀਆਂ ਵਾਲੇ ਨੇ ਕੀ ਕੀਮਤੀ ਚੀਜ਼ ਮੰਗੀ ਸੀ? ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਨੰਗੀ ਸ਼ਮਸ਼ੀਰ ਕੱਢ ਕੇ ਹਜ਼ੂਰ ਨੇ ਬਚਨ ਕੀਤਾ ਸੀ, ਅੱਜ ਮੈਨੂੰ ਇੱਕ ਸਿਰ ਚਾਹੀਦਾ ਹੈ। ਦੇਖੋ, ਜਦੋਂ ਦੇਵੀ ਦੇਵਤਿਆਂ ਨੂੰ ਖੁਸ਼ ਕਰਦੇ ਸਨ ਨਾ, ਮਨ ਦੇ ਅੰਦਰ ਉਹਨਾਂ ਦੇ ਵੀ ਖਿਆਲ ਇਹੀ ਹੋਏ ਸੀ ਵੀ ਜੇ ਕਿਸੇ ਵਿਅਕਤੀ ਦੇ ਕੋਲ ਸਭ ਤੋਂ ਕੀਮਤੀ ਚੀਜ਼ ਹੈ ਤੇ ਉਹ ਉਹਦਾ ਸਿਰ ਹੈ। ਜਿਹਨੇ ਆਪਣਾ ਸਿਰ ਆਪਣੇ ਮੁਰਸ਼ਿਦ ਦੇ ਅੱਗੇ, ਆਪਣੇ ਪੀਰ ਤੇ ਆਪਣੇ ਗੁਰੂ ਦੇ ਅੱਗੇ ਅਰਪਣ ਕਰ ਦਿੱਤਾ, ਸਮਝ ਲਓ ਫਿਰ ਉਹ ਉਹਦੇ ਜੋਗਾ ਹੀ ਹੋ ਗਿਆ। ਔਰ ਉਹਨਾਂ ਲੋਕਾਂ ਨੇ ਆਪਣੇ ਪੀਰ ਗੁਰੂ ਨੂੰ ਖੁਸ਼ ਕਰਨ ਵਾਸਤੇ ਬਲੀਆਂ ਦੇਣ ਦਾ ਵਿਧਾਨ ਬਣਾਇਆ। ਔਰ ਫਿਰ ਸਮਾਂ ਇਹੋ ਜਿਹਾ ਆਇਆ ਜਦੋਂ ਆਪਣੇ ਸਿਰ ਦੀ ਦੇਣ ਦੀ ਗੱਲ ਆਈ, ਫਿਰ ਅੰਦਰ ਕੰਬਿਆ, ਪੈਰ ਥਿੜਕੇ, ਘਬਰਾਹਟ ਹੋਈ,
ਮੈਂ ਆਪਣਾ ਸਿਰ ਵੱਢ ਕੇ ਆਪਣੇ ਮੁਰਸ਼ਦ ਦੇ ਅੱਗੇ ਰੱਖਾਂ। ਫਿਰ ਕੋਸ਼ਿਸ਼ ਕੀਤੀ ਗਈ ਵੀ ਸਿਰ ਵਰਗੀ ਕੋਈ ਚੀਜ਼ ਲੱਭੋ ਜਿਹੜੀ ਆਪਣੇ ਮੁਰਸ਼ਦ ਦੇ ਅੱਗੇ ਭੇਟਾ ਕਰ ਦਿੱਤੀ ਜਾਏ। ਔਰ ਜਿਹੜਾ ਨਾਰੀਅਲ ਹੈ ਉਹਨੂੰ ਸਿਰ ਦੀ ਖੋਪਰੀ ਦੀ ਤਰ੍ਹਾਂ ਮੰਨਿਆ ਜਾਂਦਾ ਹੈ। ਜਿਵੇਂ ਸਿਰ ਦੇ ਉੱਤੇ ਕੇਸ ਹੁੰਦੇ ਨੇ, ਨਾਰੀਅਲ ਦੇ ਉੱਤੇ ਵੀ ਕੇਸ ਹੁੰਦੇ ਨੇ, ਅੰਦਰ ਗਿਰੀ ਹੁੰਦੀ ਹੈ, ਅੰਦਰ ਉਹਦੇ ਜਲ ਹੁੰਦਾ ਹੈ। ਇਵੇਂ ਮਨੁੱਖ ਦੇ ਸਿਰ ਦੇ ਅੰਦਰ ਦਿਮਾਗ ਹੈ ਔਰ ਇਹਦੇ ਅੰਦਰ ਗਿਆਨ ਹੈ। ਔਰ ਸਭ ਤੋਂ ਕੀਮਤੀ ਚੀਜ਼ ਜੇ ਮਨੁੱਖ ਕੋਲ ਸਿਰ ਹੈ ਤੇ ਉਹ ਕੋਸ਼ਿਸ਼ ਕਰਦਾ ਮੈਂ ਆਪਣਾ ਸਿਰ ਆਪਣੇ ਗੁਰੂ ਪੀਰ ਮੁਰਸ਼ਦ ਦੇ ਅੱਗੇ ਭੇਟਾ ਕਰਾਂ। ਉਹ ਸਿੱਖਾ ਕਿੱਥੇ ਤੂੰ ਉਹਨਾਂ ਲੋਕਾਂ ਦੇ ਮਗਰ ਲੱਗ ਗਿਆ, ਉਹਨਾਂ ਕੋਲ ਸਿਰ ਦੇਣ ਦੀ ਤਾਕਤ ਨਹੀਂ ਸੀ। ਉਹਨਾਂ ਨੇ ਸਿਰ ਦੀ ਥਾਂ ਦੇ ਉੱਤੇ ਸਿਰ ਵਰਗੀ ਚੀਜ਼ ਨਾਰੀਅਲ ਭੇਟਾ ਕਰਨੇ ਸ਼ੁਰੂ ਕਰ ਦਿੱਤੇ। ਆਪਣੇ ਪੀਰ ਤੇ ਮੁਰਸ਼ਦ ਨੂੰ ਖੁਸ਼ ਕਰਨ ਵਾਸਤੇ ਸਿਰ ਦਾ ਠੀਕਰਾ ਭੰਨਣ ਦੀ ਬਜਾਏ ਉਹਨਾਂ ਨੇ ਨਾਰੀਅਲ ਭੰਨਣੇ ਜਿਹੜੇ ਸਨ ਉਹ ਪ੍ਰਵਾਨ ਕਰ ਲਏ। ਪਰ ਸਿੱਖਾ ਤੇਰੇ ਅੰਦਰ ਇੰਨੀ ਹੀਣ ਭਾਵਨਾ ਕਿੱਥੇ ਆ ਗਈ? ਤੇਰਾ ਗੁਰੂ ਤੇ ਆਵਾਜ਼ ਦਿੰਦਾ ਹੈ ਕਿ ਮੈਂ ਬੰਦੂਕ ਦੀ ਗੋਲੀ ਨੂੰ ਪਰਖਣਾ, ਨਿਸ਼ਾਨੇ ਨੂੰ ਪਰਖਣਾ। ਕੋਈ ਸਿੱਖ ਉੱਠ ਕੇ ਆਓ, ਸਿਰ ਦੇਣ ਦੇ ਵਾਸਤੇ ਕਤਾਰਾਂ ਲੱਗ ਜਾਂਦੀਆਂ ਨੇ, ਪੱਗਾਂ ਹੱਥਾਂ ਵਿੱਚ ਰਹਿ ਜਾਂਦੀਆਂ ਨੇ, ਇੱਕ ਦੂਸਰੇ ਦੇ ਅੱਗੇ ਖੜੇ ਹੋ ਕੇ ਆਪਣਾ ਸਿਰ ਦੇਣ ਭੇਟਾ ਕਰਨ ਦੀ ਗੱਲ ਆ ਜਾਂਦੀ ਹੈ। ਅੱਡੀਆਂ ਚੁੱਕ ਚੁੱਕ ਖਲੋਂਦੇ ਨੇ, ਸਤਿਗੁਰੂ ਮੇਰਾ ਸਿਰ ਲਓ, ਸਤਿਗੁਰੂ ਮੇਰਾ ਸਿਰ ਲਓ। ਸਿੱਖਾ ਤੇਰੇ ਅੰਦਰ ਹੀਨ ਭਾਵਨਾ ਕਿਵੇਂ ਆ ਗਈ? ਉਹਨਾਂ ਲੋਕਾਂ ਨੇ ਤੇ ਕੋਸ਼ਿਸ਼ ਕੀਤੀ ਸਿਰ ਦੇਣਾ ਨਹੀਂ, ਅੰਦਰ ਦੀ ਕਾਇਰਤਾ, ਅੰਦਰ ਦੀ ਕਮਜ਼ੋਰੀ, ਅੰਦਰ ਦੀ ਡਰਪੋਕਤਾ ਨੂੰ ਉਹਨਾਂ ਨੇ ਦੂਸਰਾ ਰੂਪ ਦੇ ਦਿੱਤਾ। ਜਿਵੇਂ ਤੁਸੀਂ ਸਮਝਦੇ ਹੋ ਨਾ, ਆਨੰਦਗੜ੍ਹ ਦੀ ਕਿਲੇ ਨੂੰ ਛੱਡਣ ਦੀ ਜਦੋਂ ਗੱਲ ਆਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ, ਔਰ ਉਹਨਾਂ ਨੇ ਭੇਜਿਆ ਨਾ ਬਾਹਰ, ਥਾਲ ਦੇ ਵਿੱਚ ਆਟੇ ਦੀਆਂ ਗਊਆਂ ਬਣਾ ਕੇ ਸਹੁੰਆਂ ਖਾਧੀਆਂ। ਹੁਣ ਆਟੇ ਦੀਆਂ ਗਊਆਂ ਬਣਾਉਣ ਦਾ ਕੀ ਮਤਲਬ ਹੈ? ਗਊਆਂ ਤੇ ਗਊਆਂ ਹੁੰਦੀਆਂ ਨੇ ਨਾ, ਆਟੇ ਦੀ ਗਊ ਬਣਾਉਣ ਦਾ ਕੀ ਮਤਲਬ ਸੀ? ਇਹ ਪ੍ਰੋਹਤ ਦੀ ਕਾਢ ਸੀ। ਹੁਣ ਜੇ ਸਾਰੇ ਹੀ ਲੋਕ ਪ੍ਰੋਹਤ ਨੂੰ ਗਊਆਂ ਦਾਨ ਕਰੀ ਜਾਣ, ਉਹਦਾ ਤੇ ਘਰ ਫਿਰ ਸਰ ਤਬੇਲਾ ਬਣ ਜੇ ਗਊਆਂ ਦਾ ਹੀ, ਗਊਸ਼ਾਲਾ ਹੀ ਬਣ ਜਾਵੇ। ਤੇ ਇੰਨੀਆਂ ਗਊਆਂ ਨੂੰ ਚਾਰਾ ਕਿੱਥੋਂ ਖਵਾਵੇ? ਵੇਚ ਸਕਦਾ ਨਹੀਂ। ਵੀ ਲੋਕ ਕਹਿਣਗੇ ਭਾਈ ਪਾਂਦਾ ਜੀ ਅਸੀਂ ਤੇ ਤੁਹਾਨੂੰ ਦਾਨ ਕੀਤਾ ਸੀ, ਤੁਸੀਂ ਅੱਗੇ ਵੇਚਦੇ ਫਿਰਦੇ ਹੋ। ਹਾਲਾਤ ਇਹੋ ਜਿਹੇ ਬਣ ਗਏ। ਪਾਂਡੇ ਨੇ ਇੱਕ ਨਵੀਂ ਤਰਕੀਬ ਸੋਚੀ। ਉਹ ਕਹਿਣ ਲੱਗਾ ਇੰਜ ਕਰੋ, ਗਾਂ ਦੀ ਥਾਂ ਦੇ ਉੱਤੇ ਨਾ ਆਟੇ ਦੀ ਗਾਂ ਬਣਾਓ ਤੇ ਆਪਣੀ ਜਿਹੜੀ ਗਾਂ ਦੀ ਪੂਜਾ ਹੈ ਨਾ, ਗਾਂ ਦਾ ਜਿਹੜਾ ਮੁੱਲ ਦੇ ਪੈਸੇ ਨੇ ਉਹ ਥਾਲ ਵਿੱਚ ਰੱਖੋ ਤੇ ਮੈਨੂੰ ਭੇਟਾ ਕਰੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਵੀ ਹੁਣ ਗਊਆਂ ਤੇ ਨਹੀਂ ਸਨ ਭੇਜੀਆਂ ਜਾ ਸਕਦੀਆਂ। ਪਾਂਡੇ ਦੀ ਉਹ ਤਰਕੀਬ ਕੰਮ ਆਈ। ਕਹਿਣ ਲੱਗੇ ਥਾਲ ਵਿੱਚ ਬਣਾਓ, ਆਟੇ ਦੀਆਂ ਗਊਆਂ ਗੁਰੂ ਦੇ ਅੱਗੇ ਰੱਖੋ, ਸਹੁੰਆਂ ਖਾਓ। ਸਤਿਗੁਰੂ ਅਸੀਂ ਗਾਂ ਦੀ ਸਹੁੰ ਖਾਂਦੇ ਆ, ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ, ਤੁਹਾਡੇ ਉੱਤੇ ਹਮਲਾ ਨਹੀਂ ਕਰਾਂਗੇ। ਸਤਿਗੁਰੂ ਅੰਦਰ ਦੀਆਂ ਭਾਵਨਾਵਾਂ ਨੂੰ ਜਾਣਨ ਵਾਲੇ ਸਨ। ਜਿਹੜੇ ਸਹੀ ਗਾਂ ਭੇਟਾ ਨਹੀਂ ਕਰ ਸਕਦੇ, ਇਹ ਨਕਲੀ ਗਾਂ ਦੀ ਸਹੁੰ ਖਾ ਕੇ ਭਲਾ ਇਹਦੇ ਉੱਤੇ ਕਿਵੇਂ ਪੱਕੇ ਰਹਿਣਗੇ? ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿੱਖਿਆ ਪ੍ਰਦਾਨ ਕੀਤੀ ਹੈ। ਉਹ ਲੋਕ ਨਾਰੀਅਲ ਭੇਟ ਕਰਦੇ ਸਨ, ਇਸ ਕਰਕੇ ਸੀਸ ਨਹੀਂ ਸਨ ਭੇਟ ਕਰ ਸਕਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇੱਕ ਬਾਣੀ ਦੀ ਪੰਕਤੀ ਹੈ। ਹਜ਼ੂਰ ਪਾਤਸ਼ਾਹ ਸਤਿਗੁਰੂ ਜੀ ਨੇ ਇੱਥੇ ਸਤੀ ਦੀ ਗੱਲ ਕੀਤੀ ਹੈ ਨਾ, ਜਿੱਥੇ ਸੂਰਮੇ ਦੀ ਗੱਲ ਕੀਤੀ ਹੈ ਉੱਥੇ ਪਰਿਭਾਸ਼ਾ ਦਿੱਤੀ ਹੈ। ਕਹਿਣ ਲੱਗੇ ਸੂਰਮਾ ਬਣਨਾ ਹੈ ਨਾ ਤੇ ਐਸ ਸਤੀ ਵਰਗਾ ਬਣ। ਕਿਹੋ ਜਿਹਾ? ਜਦੋਂ ਕਿਸੇ ਨੇ ਸਤੀ ਹੋਣਾ ਹੁੰਦਾ ਸੀ ਆਪਣੇ ਪਤੀ ਦੇ ਨਾਲ, ਉਹਦੇ ਵਾਸਤੇ ਕੀ ਜ਼ਰੂਰੀ ਸੀ? ਬੰਦਾ ਤੇ ਮਰ ਗਿਆ, ਉਹਨੂੰ ਤੇ ਚਿਖਾ ਵਿੱਚ ਪਾ ਦਿੱਤਾ ਗਿਆ। ਹੁਣ ਕਹਿੰਦੇ ਬੰਦੇ ਦੇ ਨਾਲ ਮਰਨਾ, ਇਸ ਔਰਤ ਨੇ ਇਹਨੂੰ ਨਾਲ ਮਾਰਨਾ। ਤੇ ਪੰਡਤ ਜੀ ਨੇ ਇੱਕ ਨਵੀਂ ਤਰਕੀਬ ਸੋਚੀ ਸੀ। ਕਹਿਣ ਲੱਗੇ ਮੰਤਰ ਪੜ੍ਹੇ ਜਾਣਗੇ, ਇਸ ਇਸਤਰੀ ਇਸ ਬੱਚੀ ਦੇ ਹੱਥ ਦੇ ਵਿੱਚ ਨਾ ਜਿਵੇਂ ਬੰਦੇ ਦਾ ਸਿਰ ਹੁੰਦਾ ਉਹਦੇ ਪਤੀ ਦਾ, ਇਵੇਂ ਇਹਦੇ ਹੱਥ ਵਿੱਚ ਸਿਰ ਫੜਾਇਆ ਜਾਏਗਾ, ਇਹਨੂੰ ਬੰਦੇ ਦੇ ਨਾਲ ਸਤੀ ਕੀਤਾ ਜਾਏਗਾ। ਤਰਕੀਬ ਕੀ ਸੀ? ਇੱਕ ਨਾਰੀਅਲ ਲਿਆ ਜਾਂਦਾ ਸੀ, ਨਾਰੀਅਲ ਉੱਤੇ ਕੱਪੜਾ ਲਪੇਟਿਆ ਜਾਂਦਾ ਸੀ, ਮੌਲੀ ਬੰਨੀ ਜਾਂਦੀ ਸੀ, ਉਹਨੂੰ ਸੰਧੂਰ ਲਾਇਆ ਜਾਂਦਾ ਸੀ। ਔਰ ਸੰਧੂਰ ਲਾ ਕੇ ਪ੍ਰੋਹਤ ਜੀ ਜਦੋਂ ਮੰਤਰ ਪੜ ਕੇ ਉਹ ਜਿਹੜਾ ਸਿੰਧੌਰਾ ਸੀ, ਉਹ ਜਿਹੜਾ ਸੰਧੂਰ ਦੇ ਨਾਲ ਰੰਗਿਆ ਹੋਇਆ ਨਾਰੀਅਲ ਹੁੰਦਾ ਸੀ, ਜਦੋਂ ਉਹ ਇਸਤਰੀ ਦੇ ਹੱਥ ਵਿੱਚ ਪਕੜਾ ਦਿੱਤਾ ਜਾਂਦਾ ਸੀ। ਸਨਾਤਨ ਮਤ ਦਾ ਇਹ ਅਸੂਲ ਸੀ, ਜਿਸ ਇਸਤਰੀ ਨੇ ਉਹ ਸੰਧੂਰ ਲੱਗੇ ਮੰਤਰ ਪੜੇ ਹੋਏ ਨਾਰੀਅਲ ਨੂੰ ਆਪਣੇ ਹੱਥ ਵਿੱਚ ਫੜ ਲਿਆ, ਉਹਨੂੰ ਫਿਰ ਸਤੀ ਹੋਣ ਤੋਂ ਕੋਈ ਰੋਕ ਨਹੀਂ ਸੀ ਸਕਦਾ। ਸਤਿਗੁਰੂ ਜੀ ਨੇ ਬਚਨ ਕੀਤੇ ਨੇ। ਕਹਿਣ ਲੱਗੇ ਸੂਰਮੇ ਬਣਨਾ ਨਾ, ਫਿਰ ਇਸ ਪ੍ਰਕਿਰਿਆ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰੋ। ਹਜੂਰ ਮਾਸ਼ਾ ਕਹਿੰਦੇ ਮਰਨੇ ਤੇ ਕਿਆ ਡਰਪਣਾ, ਜਬ ਹਾਥ ਸੰਧੌਰਾ ਲੀਨ, ਕਿਉਂਕਿ ਮਰਨਾ ਪੈਣਾ ਹੈ। ਹੁਣ ਅਵਸ਼ ਹੋ ਗਿਆ, ਤੇਰੇ ਲਈ ਜ਼ਰੂਰੀ ਹੋ ਗਿਆ ਕਿ ਹੁਣ ਤੂੰ ਮਰਨਾ ਹੈ, ਕਿਉਂਕਿ ਤੇਰੇ ਹੱਥ ਵਿੱਚ ਸੰਧੌਰਾ ਆ ਗਿਆ। ਉਹਨਾਂ ਲੋਕਾਂ ਦੇ ਹੱਥਾਂ ਵਿੱਚ ਨਾਰੀਅਲ ਦੇ ਸੰਧੌਰੇ ਹੁੰਦੇ ਸਨ, ਪਰ ਗੁਰੂ ਕੇ ਸਿੱਖਾਂ ਦੇ ਹੱਥ ਵਿੱਚ ਸੰਧੌਰਾ
ਧਰਮ ਦਾ ਹੈ। ਜਿਨੇ ਧਰਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਹਜੂਰ ਪਾਤਸ਼ਾਹ ਕਹਿੰਦੇ ਫਿਰ ਉਹ ਮੌਤ ਤੋਂ ਡਰਦਾ ਨਹੀਂ, ਉਹ ਬੇਖੌਫ ਹੋ ਜਾਂਦਾ ਹੈ। ਉਹਨੂੰ ਸਰੀਰ ਦਾ ਠੀਕਰਾ ਭੰਨਣ ਲੱਗਿਆਂ ਦੇਰ ਨਹੀਂ ਲੱਗਦੀ। ਉਹ ਆਪਣੇ ਸਿਰ ਦੀ ਥਾਂ ਦੇ ਉੱਤੇ ਦੁਕਾਨਾਂ ਤੋਂ ਨਾਰੀਅਲ ਨਹੀਂ ਲੱਭਦਾ ਫਿਰਦਾ। ਮੈਂ ਆਪਣੇ ਗੁਰੂ ਦੇ ਅੱਗੇ ਭੇਟ ਕਰਨਾ, ਧਰਮ ਨੂੰ ਪੂਰਾ ਕਰਨਾ, ਸਿਰ ਤੇ ਨਹੀਂ, ਚਲੋ ਨਾਰੀਅਲ ਨਾਲ ਹੀ ਸਾਰ ਲੈਨੇ। ਪਰ ਅੱਜ ਦੇ ਨਾ ਲੋਕਾਂ ਦਾ ਖਿਆਲ ਵੀ ਬਦਲ ਚੁੱਕਿਆ। ਸਾਧ ਸੰਗਤ ਜੀ, ਪੁਰੋਹਿਤ ਬੜੇ ਸਿਆਣੇ ਹੋ ਗਏ ਨਾ, ਮੰਦਰਾਂ ਦੇ ਅੰਦਰ ਬੈਠੇ ਹੋਏ, ਧਾਰਮਿਕ ਸਥਾਨਾਂ ਦੇ ਅੰਦਰ ਧਰਮ ਦੀ ਪ੍ਰਕਿਰਿਆ ਨੂੰ ਚਲਾਉਣ ਵਾਲੇ ਬੰਦੇ ਬੜੇ ਸਿਆਣੇ ਹੋ ਗਏ, ਤੇ ਜਿਹੜੇ ਧਾਰਮਿਕ ਸਥਾਨਾਂ ਤੇ ਆਉਣ ਵਾਲੇ ਨੇ ਉਹਨਾਂ ਨਾਲੋਂ ਵੀ ਜ਼ਿਆਦਾ ਸਿਆਣੇ ਹੋ ਗਏ। ਇੱਕ ਬੰਦਾ ਗਿਆ ਦੁਕਾਨ ਦੇ ਉੱਤੇ ਜਾ ਕੇ ਦੁਕਾਨਦਾਰ ਨੂੰ ਕਹਿੰਦਾ ਜੀ ਮੈਂ ਨਾਰੀਅਲ ਲੈਣਾ, ਨਾਰੀਅਲ ਕਿੰਨੇ ਦਾ ਹੈ? ਦੁਕਾਨ ਵਾਲਾ ਕਹਿੰਦਾ ਭਾਈ ਕਿਹੜਾ ਨਾਰੀਅਲ ਲੈਣਾ? 2 ਤਰ੍ਹਾਂ ਦੇ ਨਾਰੀਅਲ ਪਏ ਸਨ। ਕਹਿੰਦਾ ਜੀ ਇਹਨਾਂ ਨਾਰੀਅਲਾਂ ਵਿੱਚ ਫਰਕ ਕੀ ਹੈ? ਕਹਿੰਦਾ ਫਰਕ ਹੈਗਾ, ਇੱਕ 10 ਰੁਪਏ ਦਾ, ਇੱਕ 20 ਰੁਪਏ ਦਾ। ਕਹਿੰਦਾ ਫਿਰ ਵੀ ਭਾਈ ਸਾਹਿਬ ਫਰਕ ਕੀ ਹੈ ਵੀ 10 ਰੁਪਏ ਵਾਲੇ ਤੇ 20 ਰੁਪਏ ਵਾਲੇ 'ਚ ਫਰਕ ਕੀ ਹੈ? ਕਹਿੰਦਾ ਫਰਕ ਇਹ ਹੈ ਵੀ ਜਿਹੜਾ 10 ਰੁਪਏ ਵਾਲਾ ਨਾ, ਉਹਦੇ ਅੰਦਰ ਗਿਰੀ ਗੁਰੀ ਹੈ ਨਹੀਂ। ਆ ਤੁਸੀਂ ਵੀ ਕਈ ਨਾਰੀਅਲ ਦੇਖੇ ਹੋਣੇ ਜਿਨ੍ਹਾਂ ਅੰਦਰ ਗਿਰੀ ਨਹੀਂ ਹੁੰਦੀ। ਕਹਿੰਦਾ ਜਿਹਦੇ ਅੰਦਰ ਗਿਰੀ ਹੈ ਨਹੀਂ ਉਹ 10 ਰੁਪਏ ਦਾ, ਤੇ ਜਿਹਦੇ ਅੰਦਰ ਗਿਰੀ ਤੇ ਪਾਣੀ ਹੈ ਉਹ 20 ਰੁਪਏ ਦਾ। ਹੁਣ ਤੂੰ ਦੱਸ ਚਾਹੀਦਾ ਕੀ ਹੈ? ਲੋਕ ਬੜੇ ਸਿਆਣੇ ਹੋ ਗਏ ਨੇ। ਲੋਗਣ ਰਾਮ ਖਿਲੋਣਾ ਜਾਣਾ। ਕਹਿਣ ਲੱਗਾ ਫਿਰ ਇੰਜ ਕਰੋ ਭਾਈ ਸਾਹਿਬ ਜੀ, ਆਪਾਂ ਨੂੰ 10 ਵਾਲਾ ਹੀ ਦੇ ਦਿਓ। ਕਹਿੰਦਾ ਵੀ 10 ਵਾਲਾ ਤੇਰੇ ਕੰਮ ਕੀ? ਨਾ ਇਹਦੇ ਵਿੱਚ ਗਿਰੀ ਤੇ ਨਾ ਇਹਦੇ ਵਿੱਚ ਪਾਣੀ। ਤੇ ਉਹ ਦੁਕਾਨਦਾਰ ਨੂੰ ਕਹਿੰਦਾ ਆਪਾਂ ਕਿਹੜਾ ਖਾਣਾ ਹੈ, ਆਪਾਂ ਕਿਹੜਾ ਪਾਣੀ ਪੀਣਾ, ਆਪਾਂ ਤੇ ਮੰਦਿਰ 'ਚ ਚੜਾਉਣਾ ਹੈ ਨਾ, ਆਪਾਂ ਤੇ ਜਾ ਕੇ ਧਾਰਮਿਕ ਸਥਾਨ ਤੇ ਚੜਾਉਣਾ। ਕਿਹੜਾ ਪਤਾ ਲੱਗਦਾ ਵੀ ਇਹਦੇ ਵਿੱਚ ਗਿਰੀ ਹੈ ਜਾਂ ਨਹੀਂ, ਇਹਦੇ 'ਚ ਪਾਣੀ ਹੈ ਜਾਂ ਨਹੀਂ। ਬੰਦੇ ਨੇ ਰੱਬ ਨੂੰ ਵੀ ਖਿਲੌਣਾ ਬਣਾ ਲਿਆ ਹੈ। ਬੰਦਾ ਰੱਬ ਦੇ ਨਾਲ ਵੀ ਛਲ ਫਰੇਬ ਕਰਦਾ ਹੈ। ਆਹ ਗੁਰੂ ਘਰ ਵਿੱਚ ਆਉਂਦੇ ਨੇ ਸਾਧ ਸੰਗਤ ਜੀ ਬਹੁਤ ਸਾਰੇ ਲੋਕ, ਤੁਸੀਂ ਆਮ ਤੌਰ ਦੇ ਉੱਤੇ ਵੇਖਿਆ ਹੋਏਗਾ, ਜੇਬ ਵਿੱਚ ਪਏ ਨੋਟ ਕਈ ਵਾਰ ਗਲ ਜਾਂਦੇ ਨੇ ਤੇ ਕਈ ਵਾਰ ਪਾਟ ਵੀ ਜਾਂਦੇ ਨੇ, ਜਿਹੜੇ ਕਿਸੇ ਦੁਕਾਨਦਾਰ ਦੀ ਰੇਹੜੀ ਦੇ ਉੱਤੇ ਨਹੀਂ ਚੱਲਦੇ। ਸਿੱਖ ਸੋਚਦਾ ਚਲੋ ਮਹਾਰਾਜ ਨੂੰ ਮੱਥਾ ਤੇ ਟੇਕਣਾ, ਗੋਲਕ 'ਚ ਇਹੋ ਹੀ ਪਾ ਕੇ ਸਾਰ ਲਓ ਵੀ ਗੁਰੂ ਨੂੰ ਕਿਹੜਾ ਪਤਾ ਲੱਗਣ ਦਿਆ ਇਹਨੇ ਪਾਟਾ ਸੁੱਟਿਆ ਕਿ ਇਹਨੇ ਸਬੂਤਾ ਸੁੱਟਿਆ। ਅਸੀਂ ਅੱਜ ਸਾਡੇ ਮਨ ਦੀ ਅਵਸਥਾ ਇਹੋ ਜਿਹੀ ਬਣ ਚੁੱਕੀ ਹੈ, ਮਾਨਸਿਕਤਾ ਇਹੋ ਜਿਹੀ ਬਣ ਚੁੱਕੀ ਹੈ, ਇਸ ਕਰਕੇ ਅਸੀਂ ਉਹ ਸਭ ਕੁਝ ਕਰੀ ਜਾ ਰਹੇ ਹਾਂ। ਨਿਊਯਾਰਕ ਤੋਂ ਫੋਨ ਆਇਆ, ਬਾਬਾ ਜੀ ਨੇ ਨਾਰੀਅਲ ਸਾਹਿਬ ਗੁਰਦੁਆਰੇ ਦਾ ਨਾਂ ਕਿਉਂ ਰੱਖ ਲਿਆ? ਮੈਂ ਕਿਹਾ ਉਹਨੂੰ ਪਤਾ ਸਿੱਖਾਂ ਦੀ ਮਾਨਸਿਕਤਾ ਦਾ ਵੀ ਇਹਨਾਂ ਨਾਰੀਅਲ ਗੁਰਦੁਆਰੇ ਲਿਆ ਕੇ ਚੜਾਉਣਾ ਹੀ ਚੜਾਉਣਾ। ਮੰਦਿਰ ਤਾਂ ਲੋਕੀ ਚੜਾਉਂਦੇ ਸਨ, ਇਹਨਾਂ ਦਾ ਅਖੰਡ ਪਾਠ ਉਨੀ ਦੇਰ ਤੱਕ ਸੰਪੂਰਨ ਨਹੀਂ ਹੋਣਾ। ਭਾਵੇਂ ਭਾਈ ਵਿਚਾਰਾ 3 ਦਿਨ ਸਪੀਕਰ ਦੇ ਉੱਤੇ ਬੋਲੀ ਜਾਵੇ, ਗਲਾ ਵਿਚਾਰੇ ਦਾ ਬਹਿ ਜਾਵੇ, ਪਰ ਜਿੰਨੀ ਦੇਰ ਤੱਕ ਨਾਰੀਅਲ ਨਹੀਂ ਰੱਖਿਆ ਉਨੀ ਦੇਰ ਤੱਕ ਅਖੰਡ ਪਾਠ ਸੰਪੂਰਨ ਨਹੀਂ। ਬਾਬੇ ਨੇ ਸਾਰੀ ਬਾਣੀ ਸੁਣਾਤੀ, ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ। ਬੀਬੀ ਦਾ ਮੂੰਹ ਹਾਲੇ ਵੀ ਉੱਕਾ ਜਿਹਾ, ਸੁੱਕਾ ਜਿਹਾ। ਕਿਉਂ ਜੀ? ਕਹਿਣ ਲੱਗੇ ਇਸ ਕਰਕੇ ਦੂਜੇ ਦਿਨ ਅਖੰਡ ਪਾਠ ਚੱਲਦਾ ਸੀ, ਬਾਬੇ ਨੂੰ ਜੋਤ ਵਿੱਚ ਘਿਓ ਪਾਉਣ ਦੀ ਜਿਹੜਾ ਸੀ ਨਾ, ਉਹਨੂੰ ਪਤਾ ਨਹੀਂ ਲੱਗਾ ਸਾਡੀ ਜੋਤ ਬੁਝ ਗਈ, ਸਾਡਾ ਤੇ ਅਖੰਡ ਪਾਠ ਖੰਡਨ ਹੋ ਗਿਆ। ਹੈਰਾਨੀ ਵਾਲੀ ਗੱਲ ਸਾਧ ਸੰਗਤ ਜੀ, ਪਾਠ ਦਾ ਕੋਈ ਮਹੱਤਵ ਨਹੀਂ, ਪੜੀ ਹੋਈ ਬਾਣੀ ਦਾ ਕੋਈ ਲਾਭ ਨਹੀਂ, ਬਸ ਅੱਗ ਬੁਝ ਗਈ ਜੇ ਨਾਰੀਅਲ ਰੱਖਿਆ ਨਹੀਂ, ਜੇ ਕੁੰਭ ਰੱਖਿਆ ਨਹੀਂ, ਸਾਡਾ ਸਾਰਾ ਕੀਤਾ ਵਿਅਰਥ। ਹਜੂਰ ਨੇ ਸਾਨੂੰ ਸਮਝਾਇਆ ਸੀ, ਕਹਿਣ ਲੱਗੇ ਐ ਸਿੱਖਾ ਇਹਨਾਂ ਭਰਮ ਭੁਲੇਖਿਆਂ ਚੋਂ ਬਾਹਰ ਨਿਕਲ। ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਓਂਕਾਰ। ਸਭ ਤੋਂ ਉੱਤੇ ਤੇ ਪਰਮਾਤਮਾ ਬੈਠਾ ਹੋਇਆ। ਕਿਸੇ ਤੈਨੂੰ ਵਿਅਕਤੀ ਦੇ ਕੋਲੋਂ ਸਾਹਾ ਕਢਾਉਣ ਦੀ ਲੋੜ ਨਹੀਂ ਕਿ ਮੈਨੂੰ ਦੱਸੋ ਜੀ ਚੰਗਾ ਦਿਨ ਕਿਹੜਾ ਤੇ ਮਾੜਾ ਦਿਨ ਕਿਹੜਾ। ਕਿਤੇ ਕਿਤੇ ਸਾਡੀਆਂ ਜਿਹੜੀਆਂ ਮਜਬੂਰੀਆਂ ਵੀ ਬਣ ਜਾਂਦੀਆਂ ਨੇ। ਨਿਊਯਾਰਕ ਦੀ ਧਰਤੀ ਦੇ ਉੱਤੇ ਅਸੀਂ ਵੀ ਇੱਕ ਲਾਲ ਰੰਗ ਦੀ ਡਾਇਰੀ ਰੱਖੀ ਹੈ, ਸਿੰਘ ਸਾਹਿਬ ਨੇ ਵੀ ਰੱਖੀ ਹੁੰਦੀ ਸੀ। ਕਾਰਨ ਕੀ? ਵੀ ਇੱਕੋ ਦਿਨ ਦੇ ਵਿੱਚ, ਇੱਕੋ ਸਮੇਂ ਦੇ ਵਿੱਚ ਸਾਰੇ ਪ੍ਰੋਗਰਾਮ ਤੇ ਕੀਤੇ ਜਾ ਨਹੀਂ ਸਕਦੇ। ਸਿਆਣਪ ਇਹੋ ਸੀ ਵੀ ਲੋਕਾਂ ਨੂੰ ਸਮਝਾਇਆ ਜਾਂਦਾ, ਭਾਈ ਸਮਾਂ ਜਿਹੜਾ ਹੈ ਨਾ ਉਹਦੀ ਕੋਈ ਗੱਲ ਨਹੀਂ। ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ, ਕਿਰਪਾ ਕਰੋ ਹਰੇ। ਗੱਲ ਤੇ ਪਰਮਾਤਮਾ ਦੀ ਭਗਤੀ ਦੀ ਹੈ, ਵਿਸ਼ਵਾਸ ਤੇ ਭਰੋਸੇ ਦੀ ਹੈ। ਕਿਸੇ ਵੀ ਸਮੇਂ ਦੇ ਵਿੱਚ ਕੋਈ ਵੀ ਕਾਰਜ ਕੀਤਾ ਜਾ ਸਕਦਾ ਹੈ। ਪਰ ਹੈਰਾਨੀ ਵਾਲੀ ਗੱਲ ਹੈ, ਕਹਿੰਦੇ ਨਹੀਂ ਜੀ ਬੜਾ ਔਖਾ, ਬੜਾ ਔਖਾ। ਸਾਨੂੰ ਪਹਿਲਾਂ ਹੀ ਪੁੱਛਣਗੇ ਜੀ ਇਸ ਟਾਈਮ ਦੇ ਉੱਤੇ ਪ੍ਰੋਗਰਾਮ ਕਰਨਾ। ਅਸੀਂ ਵੀ ਕਿਹੜੇ ਘੱਟ ਸਿਆਣੇ ਬਿਰਸਾ ਸੰਗਤ ਜੀ, ਗੁਰੂ ਦੀ ਹਜ਼ੂਰੀ 'ਚ ਬੈਠੇ ਝੂਠ ਕੋਈ ਨਹੀਂ ਜੇ ਬੋਲਣਾ। ਪ੍ਰੋਗਰਾਮ ਆ ਗਏ 2, 3 ਇੱਕੋ ਟਾਈਮ ਦੇ ਵਿੱਚ ਕਰਨੇ ਨੇ, ਭਾਵੇਂ ਮਿਰਤਕ ਦੇ ਪ੍ਰੋਗਰਾਮ ਰੱਖ ਲਓ। ਕਿੰਨੇ ਕੁ ਹਾਲ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ, 2, 3 ਹਾਲ ਹੁੰਦੇ ਨੇ। ਅੱਛਾ ਜੀ ਪਹਿਲਾਂ ਆਨੰਦ ਕਾਰਜ ਹੈ ਜੀ 12, 12:30 ਤੋਂ ਪਹਿਲਾਂ ਪੂਰਾ, ਉਹ ਕੋਈ ਨਹੀਂ ਹੋਣਾ।
ਦੂਸਰੇ ਆ ਗਏ ਜੀ ਸਾਡੇ ਤਾਂ ਮ੍ਰਿਤਕ ਹੋ ਗਈ, ਮੌਤ ਹੋ ਗਈ ਜੀ, ਉਹਦਾ ਪ੍ਰੋਗਰਾਮ ਕਰਾਓ ਜੀ। ਫਿਰ ਉਹਨਾਂ ਨੂੰ ਕਹਿ ਦਿੱਤਾ ਵੀ ਪ੍ਰੋਗਰਾਮ ਜਿਹੜਾ ਹੈ ਮ੍ਰਿਤਕ ਦਾ ਆਮ ਤੌਰ ਦੇ ਉੱਤੇ ਵਿਚਾਰ ਹੁੰਦੀ ਹੈ ਵੀ 12:30 ਵਜੇ ਕਰਨਾ ਚਾਹੀਦਾ, 12 ਤੋਂ ਬਾਅਦ ਕਰਨਾ ਚਾਹੀਦਾ। ਸਾਨੂੰ ਪਤਾ ਵੀ 12:30 ਤੱਕ ਆਨੰਦ ਕਾਰਜ ਸੰਪੂਰਨ ਹੋ ਜਾਣਾ। ਅਸੀਂ ਵੀ ਕਹਤਾ ਕੋਈ ਗੱਲ ਨਹੀਂ ਜੀ 12:30 ਤੋਂ ਕਰਾਂਗੇ ਤੁਹਾਡਾ 2:30 ਪ੍ਰੋਗਰਾਮ। ਉਹਨੇ ਚਿਰ ਨੂੰ ਇੱਕ ਹੋਰ ਸਮਾਗਮ ਆ ਗਿਆ, ਉਹ ਸੀ ਵਰੀਣੇ ਦਾ, ਹੁਣ ਹੈ ਉਹ ਵੀ ਮ੍ਰਿਤਕ ਦਾ। ਹੁਣ ਉਹਨਾਂ ਨਾਲ ਕਿਵੇਂ ਪ੍ਰੋਗਰਾਮ ਸੈੱਟ ਕੀਤਾ ਜਾਵੇ? ਉਹਨਾਂ ਨੂੰ ਕਿਹਾ ਭਾਈ ਇੰਜ ਕਰੋ ਤੁਸੀਂ ਨਾ 9 ਤੋਂ 11 ਪ੍ਰੋਗਰਾਮ ਕਰਾ ਲਓ। ਉਹ ਕਹਿੰਦੇ ਬਾਬਾ ਜੀ ਲੋਕੀ ਤੇ ਕਹਿੰਦੇ ਜਿਹੜਾ ਮ੍ਰਿਤਕ ਦਾ ਪ੍ਰੋਗਰਾਮ ਹੁੰਦਾ ਉਹ 12 ਵਜੇ ਤੋਂ ਬਾਅਦ ਹੁੰਦਾ, ਵੀ ਅਸੀਂ ਕਿਹੜੇ ਘੱਟ ਸਿਆਣੇ ਸਾਧ ਸੰਗਤ ਜੀ, ਇਹੋ ਜਿਹੇ ਲੋਕਾਂ ਨਾਲ ਹੀ ਵਾਹ ਪੈਂਦਾ। ਫਿਰ ਸਾਡੀ ਜਿਹੜੀ ਉੱਥੇ ਗੁਰਮੁਖ ਦੂਸਰੇ ਪਾਸੇ ਨੂੰ ਤੁਰਦੇ, ਕਹੀਦਾ ਨਹੀਂ ਓਏ ਸਿੱਖੀ ਦੇ ਅੰਦਰ ਕੋਈ ਸਮਾਂ ਸੁਮਾ ਨਹੀਂ ਜੇ ਹੈਗਾ। ਖੰਡ ਪਾਠ ਸਾਹਿਬ 10 ਵਜੇ ਰੱਖਾਂਗੇ, 9 ਵਜੇ ਭੋਗ ਸ਼ੁਰੂ ਕਰਾਂਗੇ, 11 ਵਜੇ ਤੱਕ ਸਮਾਪਤੀ। ਇਹ ਸਨ ਮਜਬੂਰੀਆਂ ਸਾਡੀਆਂ ਸਮੇਂ ਨੂੰ ਸੈੱਟ ਕਰਨ ਦੀਆਂ, ਪਰ ਅਸੀਂ ਉਹਨਾਂ ਮਜਬੂਰੀਆਂ ਨੂੰ ਇੱਕ ਰਸਮ ਬਣਾ ਲਿਆ, ਇੱਕ ਮਰਿਆਦਾ ਬਣਾ ਲਿਆ, ਇੱਕ ਵਿਧਾਨ ਬਣਾ ਲਿਆ, ਜਿਸ ਕਰਕੇ ਸਾਰਾ ਕੁਝ ਜਿਹੜਾ ਸੀ ਅਪਸੈਟ ਹੋ ਗਿਆ। ਲੋੜ ਤੇ ਸੀ ਸੱਚਮੁੱਚ ਦੱਸਣ ਦੀ ਵੀ ਭਾਈ ਪ੍ਰੋਗਰਾਮ ਇਸ ਕਰਕੇ 12:30 ਤੋਂ 2:30 ਤੁਹਾਡਾ ਨਹੀਂ ਹੋਣਾ, ਵੀ ਸਾਡੇ ਕੋਲ ਹਾਲ ਖਾਲੀ ਕੋਈ ਨਹੀਂ, ਸਾਡੇ ਕੋਲ ਰਾਗੀ ਜਥਾ ਕੋਈ ਨਹੀਂ, ਅਸੀਂ ਪ੍ਰਬੰਧ ਨਹੀਂ ਕਰ ਸਕਦੇ। ਪਰ ਕਾਰਨ ਕੁਝ ਹੋਰ ਬਣਦਾ ਗਿਆ। ਇੱਕ ਪੰਡਤ ਦੇ ਕੋਲੋਂ ਕੋਈ ਚਿੱਠੀ ਲਿਖਵਾਉਣ ਵਾਸਤੇ ਆ ਗਿਆ, ਕਹਿਣ ਲੱਗਾ ਪੰਡਤ ਜੀ ਚਿੱਠੀ ਲਿਖ ਦਿਓ। ਕਹਿੰਦਾ ਚਿੱਠੀ ਤੇ ਲਿਖ ਦਿੰਦੇ ਆ, ਵੀ ਚਿੱਠੀ ਭੇਜਣੀ ਕਿੱਥੇ ਹੈ? ਕਹਿੰਦੇ ਜੀ ਫਲਾਣੇ ਪਿੰਡ ਵਿੱਚ ਚਿੱਠੀ ਭੇਜਣੀ। ਪੰਡਤ ਜੀ ਕਹਿੰਦੇ ਮੈਂ ਚਿੱਠੀ ਨਹੀਂ ਲਿਖ ਸਕਦਾ। ਕਹਿੰਦੇ ਕਿਉਂ ਨਹੀਂ ਲਿਖ ਸਕਦਾ? ਕਹਿੰਦੇ ਪੈਰ 'ਚ ਦਰਦ ਹੋਣ ਦਈ ਹੈ। ਹੈਰਾਨੀ ਵਾਲੀ ਗੱਲ, ਉਹ ਬੰਦਾ ਕਹਿਣ ਲੱਗਾ, ਕਹਿੰਦਾ ਪੰਡਤ ਜੀ ਮੈਨੂੰ ਇਹ ਗੱਲ ਨਹੀਂ ਸਮਝ ਆਈ ਵੀ ਚਿੱਠੀ ਤੇ ਹੱਥ ਨਾਲ ਲਿਖਣੀ ਹੈ ਤੇ ਤੁਹਾਡੇ ਪੈਰ ਵਿੱਚ ਦਰਦ ਹੋਣ ਦੀ ਉਹਦਾ ਕੀ ਮਤਲਬ? ਪੰਡਤ ਜੀ ਕਹਿਣ ਲੱਗੇ ਵੀ ਇਹਦਾ ਬੜਾ ਵੱਡਾ ਇਹਦੇ ਨਾਲ ਨਾ ਸੰਬੰਧ ਹੈ, ਪੈਰ ਵਿੱਚ ਦਰਦ ਹੁੰਦੀ ਇਸ ਕਰਕੇ ਚਿੱਠੀ ਨਹੀਂ ਲਿਖ ਸਕਦਾ। ਕਹਿੰਦੇ ਕਾਰਨ ਕੀ, ਮੈਨੂੰ ਸੱਚੀ ਦੱਸੋ ਤੇ ਸਹੀ। ਪੰਡਤ ਜੀ ਕਹਿਣ ਲੱਗੇ ਸੱਜਣਾ ਗੱਲ ਇਹ ਹੈ ਵੀ ਜਿਹੜੇ ਪਿੰਡ ਵਿੱਚ ਤੂੰ ਚਿੱਠੀ ਭੇਜਣੀ ਹੈ ਨਾ, ਉਸ ਪਿੰਡ ਵਿੱਚ ਪੜ੍ਹਿਆ ਲਿਖਿਆ ਕੋਈ ਨਹੀਂ ਹੈਗਾ, ਤੇ ਉਸ ਪਿੰਡ ਵਿੱਚ ਚਿੱਠੀ ਵੀ ਮੈਨੂੰ ਹੀ ਪੜ੍ਹਨ ਜਾਣਾ ਪੈਣਾ, ਤੇ ਪੈਰ ਮੇਰਾ ਤੁਰਦਾ ਕੋਈ ਨਹੀਂ ਹੈ, ਪੈਰ ਵਿੱਚ ਮੇਰੇ ਦਰਦ ਹੋ ਰਹੀ ਹੈ, ਇਸ ਕਰਕੇ ਮੇਰੇ ਪੈਰ ਵਿੱਚ ਦਰਦ ਹੋ ਰਹੀ, ਮੈਂ ਤੈਨੂੰ ਚਿੱਠੀ ਨਹੀਂ ਲਿਖ ਕੇ ਦੇਣੀ, ਨਾ ਲਿਖ ਕੇ ਦਾਂਗਾ, ਨਾ ਪਹੁੰਚਾਏਗਾ ਤੇ ਨਾ ਪੜਾਂਗਾ। ਲੋੜ ਹੈ ਸਾਨੂੰ ਅੱਜ ਐਜੂਕੇਟ ਹੋਣ ਦੀ, ਸਾਨੂੰ ਪੜ੍ਹਨ ਲਿਖਣ ਦੀ, ਸਾਨੂੰ ਗੁਰਬਾਣੀ ਨੂੰ ਸਮਝਣ ਦੀ, ਗੁਰਬਾਣੀ ਕਹਿੰਦੀ ਕੀ ਪਈ ਹੈ ਉਹਨੂੰ ਹਿਰਦੇ ਅੰਦਰ ਵਿਚਾਰਨ ਦੀ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਦੁਨੀਆ ਦੇ ਸਾਹੇ ਤੇ ਟਲ ਸਕਦੇ ਨੇ, ਪਰ ਸੱਜਣਾ ਇੱਕ ਸਾਹਾ ਉਹ ਹੈ ਜਿਹਨੂੰ ਟਾਲਿਆ ਨਹੀਂ ਜਾ ਸਕਦਾ। ਇੱਕ ਸਾਹਾ ਤੇ ਉਹ ਜਿਹੜਾ ਮਨੁੱਖ ਇਸ ਸੰਸਾਰ ਦੇ ਅੰਦਰ ਆਇਆ ਤੇ ਉਹਨੇ ਜਾਣਾ, ਉਹ ਸਮੇਂ ਨੂੰ ਕੋਈ ਟਾਲ ਨਹੀਂ ਸਕਦਾ, ਕਿਉਂਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਏ। ਹਜੂਰ ਪਾਤਸ਼ਾਹ ਨੇ ਜਿਹੜੇ ਇੱਥੇ ਸਾਹੇ ਦੀ ਗੱਲ ਕੀਤੀ ਹੈ, ਹਜੂਰ ਕਹਿੰਦੇ ਜੇ ਸਾਹਾ ਹੀ ਕਢਾਉਣਾ ਹੈ ਨਾ ਤੇ ਗੁਰੂ ਕੀ ਹਜੂਰੀ ਵਿੱਚ ਆ ਤੇ ਸੰਤ ਸੰਗ ਕਰ, ਜਿਨ੍ਹਾਂ ਦੇ ਅੰਦਰ ਗੁਰਮਤ ਦ੍ਰਿੜ ਹੈ, ਜਿਨ੍ਹਾਂ ਦੇ ਅੰਦਰ ਸੱਚ ਦਾ ਪੈਗਾਮ ਵਸਿਆ ਹੋਇਆ ਹੈ, ਜਿਨ੍ਹਾਂ ਦੇ ਅੰਦਰ ਗੁਰਬਾਣੀ ਵਸੀ ਹੋਈ ਹੈ, ਉਹਨਾਂ ਕੋਲ ਆ, ਉਹ ਤੈਨੂੰ ਸਮਝਾਉਣਗੇ ਸਾਹਾ ਕਿਵੇਂ ਗਣਨਾ ਹੈ। ਗੁਰੂ ਦੇ ਦਰ ਦੇ ਉੱਤੇ ਅਰਦਾਸ ਬੇਨਤੀ ਕਰਕੇ, ਸਤਿਗੁਰੂ ਦੇ ਚਰਨਾਂ ਵਿੱਚ ਜੋਦੜੀ ਕਰਕੇ ਆਪਣੇ ਕਾਜ ਨੂੰ ਆਰੰਭ ਕਰਨਾ ਹੈ। ਕਹਿਣਾ ਮਹਾਰਾਜ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਮਹਾਰਾਜ ਕਾਰਜ ਆਰੰਭ ਕਰਨ ਜੋਗਾ ਤਾਂ ਮੈਂ ਹਾਂ, ਪਰ ਇਹ ਕਾਰਜ ਸੰਪੂਰਨ ਤੁਹਾਡੀ ਮਿਹਰ ਤੋਂ ਬਿਨਾਂ ਨਹੀਂ ਜੇ ਹੋਣਾ। ਤੁਸੀਂ ਕਿਰਪਾ ਕਰਿਓ, ਮਿਹਰ ਵਰਸਾਇਓ ਇਸ ਕਾਰਜ ਵਿੱਚ, ਤਾਂ ਇਹ ਸਤਿਗੁਰੂ ਜੀ ਨੇਪਰੇ ਚੜ੍ਹਨਾ ਹੈ। ਹਜੂਰ ਪਾਤਸ਼ਾਹ ਕਹਿੰਦੇ ਜਦੋਂ ਇਹੋ ਜਿਹਾ ਸਾਹਾ ਗਣਿਆ ਜਾਂਦਾ ਹੈ, ਗੁਰਮੁਖ ਪਿਆਰੀਆਂ ਸਤਸੰਗੀ ਸਹੇਲੀਆਂ ਦੇ ਨਾਲ ਮਿਲ ਕੇ ਇਹੋ ਜਿਹਾ ਸਮਾਂ ਵਿਚਾਰਿਆ ਜਾਂਦਾ ਹੈ, ਹਜੂਰ ਪਾਤਸ਼ਾਹ ਕਹਿੰਦੇ ਫਿਰ ਸਾਹਾ ਤੇ ਨਹੀਂ ਟਲਦਾ, ਪਰ ਜਿਹੜਾ ਨਿਰੰਕਾਰ ਸਦੀਵੀ ਪਰਮਾਤਮਾ ਉਹਦੇ ਨਾਲ ਸੰਜੋਗ ਜ਼ਰੂਰ ਬਣ ਜਾਂਦਾ ਹੈ, ਉਹਦੇ ਨਾਲ ਸੰਬੰਧ ਜ਼ਰੂਰ ਜੁੜ ਜਾਂਦਾ ਹੈ, ਉਹਦੇ ਨਾਲ ਮਨੁੱਖ ਦੀ ਇੱਕ ਸੁਰਤਾ ਜ਼ਰੂਰ ਹੋ ਜਾਂਦੀ ਹੈ। ਸੁਖ ਹੈ ਸਮੂਹ ਭਇਆ ਗਿਆ ਵਿਜੋਗੋ ਰਾਮ। ਜਦੋਂ ਇਹੋ ਜੀ ਅਵਸਥਾ ਬਣਦੀ ਹੈ, ਕਿਸੇ ਵਿਅਕਤੀ ਨੂੰ ਸਤ ਸੰਗੀ ਸਹੇਲੀਆਂ ਮਿੱਤਰ ਮਿਲ ਜਾਂਦੇ ਨੇ, ਗੁਰੂ ਦੀ ਬਾਣੀ ਕਰਨ ਵਾਲੇ, ਕੀਰਤੀ ਕਰਨ ਵਾਲੇ ਜਗਿਆਸੂ ਮਿਲ ਜਾਂਦੇ ਨੇ, ਉਹਨਾਂ ਨਾਲ ਸੰਬੰਧ ਜੁੜ ਜਾਂਦਾ ਹੈ। ਹਜੂਰ ਪਾਤਸ਼ਾਹ ਕਹਿੰਦੇ ਉਦੋਂ ਹਿਰਦੇ ਦੇ ਅੰਦਰ ਸਾਰੇ ਸੁੱਖ ਆਣ ਕੇ ਟਿਕ ਜਾਂਦੇ ਨੇ। ਕਿਉਂ? ਕਿਉਂਕਿ ਸੁੱਖਾਂ ਦਾ ਦਾਤਾ ਹਿਰਦੇ ਅੰਦਰ ਟਿਕ ਗਿਆ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮਾਤਮਾ ਆ ਕੇ ਬੈਠ ਜਾਂਦਾ ਹੈ, ਪਰਮਾਤਮਾ ਸਰੂਪੀ ਸ਼ਬਦ ਗੁਰੂ ਕੀ ਬਾਣੀ ਆ ਕੇ ਟਿਕ ਜਾਂਦੀ ਹੈ, ਬਾਣੀ ਅੰਦਰ ਸਾਰੇ ਸੁੱਖ ਨੇ। ਜੇ ਬਾਣੀ ਹਿਰਦੇ ਵਿੱਚ ਆ ਕੇ ਵਸ ਗਈ, ਫਿਰ ਸਾਰੇ ਸੁੱਖ ਵੀ ਬਾਣੀ ਦੇ ਨਾਲ ਹਿਰਦੇ ਅੰਦਰ ਆ ਕੇ ਟਿਕ ਜਾਂਦੇ ਨੇ। ਹਜੂਰ ਦੇ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ, ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਏ ਵਸਾਇਆ। ਜਿਨ੍ਹਾਂ ਦੇ ਚੇਤੇ ਵਿੱਚ ਪਰਮਾਤਮਾ ਆ ਗਿਆ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਟਿਕ ਗਿਆ, ਹਜੂਰ ਪਾਤਸ਼ਾਹ ਕਹਿੰਦੇ ਉਹਨਾਂ ਦਾ ਹਿਰਦਾ ਘਰ ਤੇ ਸੰਸਾਰੀ ਘਰ
ਵਸ ਜਾਂਦਾ ਹੈ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦੇ ਵਸਾਇਆ, ਸੁਖ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ। ਫਿਰ ਕੋਈ ਸਹਿਸਾ ਥੋੜਾ ਰਹਿੰਦਾ, ਕੋਈ ਚਿੰਤਾ ਝੋਰਾ ਥੋੜਾ ਰਹਿੰਦਾ ਕਿ ਜਿਹੜਾ ਮੈਂ ਕੰਮ ਆਰੰਭ ਕਰਨ ਲੱਗਾ ਪਤਾ ਨਹੀਂ ਇਹਦੇ ਵਿੱਚ ਮੈਨੂੰ ਸੰਪੂਰਨਤਾ ਮਿਲਣੀ ਹੈ ਕਿ ਨਹੀਂ ਮਿਲਣੀ। ਉਹ ਕੰਮ ਕਰਨ ਵਾਲਾ ਤੇ ਪਰਮਾਤਮਾ ਆਪ ਹੈ, ਕਿਉਂਕਿ ਉਹਦੇ ਹੁਕਮ ਤੋਂ ਬਿਨਾਂ ਤੇ ਪੱਤਾ ਨਹੀਂ ਝੁਲਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਹਨ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਤੇ ਜਿਹਦੇ ਹੁਕਮ ਅੰਦਰ ਸਭ ਕੁਝ ਹੋ ਰਿਹਾ, ਜੋ ਉਹ ਹੁਕਮ ਹੀ ਅੰਦਰ ਆ ਕੇ ਬੈਠ ਗਿਆ, ਕਰਾਉਣ ਵਾਲਾ ਤੇ ਫਿਰ ਸਭ ਕੁਝ ਉਹ ਆਪ ਹੈ। ਉਹਦੇ ਕੀਤੇ ਨੂੰ ਭਲਾ ਕੋਈ ਟਾਲ ਕਿਵੇਂ ਸਕਦਾ ਹੈ? ਉਹ ਟਲਦਾ ਨਹੀਂ ਉਹਦਾ ਕੀਤਾ ਹੋਇਆ। ਹਜੂਰ ਪਾਤਸ਼ਾਹ ਕਹਿੰਦੇ ਹਿਰਦੇ ਦੇ ਅੰਦਰ ਆਨੰਦ ਪਸਰ ਜਾਂਦਾ ਹੈ, ਖੁਸ਼ੀ ਆ ਜਾਂਦੀ ਹੈ। ਕਿੰਨਾਂ ਦੇ? ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਚੇਤੇ ਵਿੱਚ ਵਸਾ ਲਿਆ ਹੈ। ਗਿਆ ਵਿਜੋਗੋ ਰਾਮ, ਪਤਾ ਨਹੀਂ ਕਿੰਨੇ ਜਨਮਾਂ ਜਨਮਾਂਤਰਾਂ ਤੋਂ ਉਸ ਪ੍ਰਭੂ ਪਰਮਾਤਮਾ ਨਾਲ ਵਿਛੋੜਾ ਪਿਆ ਹੋਇਆ ਹੈ, ਸਾਡੀ ਦੂਰੀ ਬਣੀ ਹੋਈ ਹੈ, ਸਾਡੀ ਵਿੱਥ ਪਈ ਹੋਈ ਹੈ। ਹਜੂਰ ਪਾਤਸ਼ਾਹ ਕਹਿੰਦੇ ਫਿਰ ਇਹ ਵਿਜੋਗ, ਇਹ ਵਿਛੋੜਾ, ਇਹ ਉਹਦੇ ਤੋਂ ਦੂਰੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਮਿਲ ਸੰਤ ਆਏ ਪ੍ਰਭ ਧਿਆਏ, ਬਣੇ ਅਚਰਜ ਜਾਂਜੀਆਂ। ਹਜੂਰ ਪਾਤਸ਼ਾਹ ਕਹਿੰਦੇ ਜਿਹੜੇ ਸੰਤ ਲੋਕ ਨੇ, ਜਿਨ੍ਹਾਂ ਦੇ ਹਿਰਦੇ ਅੰਦਰ ਨਿਰੰਕਾਰ ਦਾ ਨਾਮ ਟਿਕਿਆ ਹੋਇਆ, ਜਿਨ੍ਹਾਂ ਨੇ ਕਮਾਈ ਕੀਤੀ, ਜਿਨ੍ਹਾਂ ਨੇ ਨਾਮ ਜਪਿਆ, ਅੱਜ ਤੇ ਸੰਤਾਂ ਦੇ ਉੱਤੇ ਬੜਾ ਤਵਾ ਲੱਗਣ ਲੱਗ ਪਿਆ। ਹੈਰਾਨੀ ਵਾਲੀ ਗੱਲ ਹੈ, ਆਪ ਨਾ ਦੇ ਚੁਰੂ ਭਰ ਪਾਣੀ ਤੇ ਨਿੰਦੈ ਜੇ ਗੰਗਾ ਆਨੇ। ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕਿੰਨਿਆਂ ਨੂੰ ਅੰਮ੍ਰਿਤ ਛਕਾ ਦਿੱਤਾ, ਬਾਣੀ ਵਾਲੇ ਪਾਸੇ ਲਾ ਦਿੱਤਾ, ਨਿਰੰਕਾਰ ਦੀ ਕੀਰਤੀ ਵਾਲੇ ਪਾਸੇ ਜੋੜ ਦਿੱਤਾ, ਉਹਨਾਂ ਦੇ ਉੱਤੇ ਕਿੰਤੂ ਪਰੰਤੂ ਤੇ ਆਪਣੇ ਜੀਵਨ ਵੱਲ ਝਾਤੀ ਕੋਈ ਨਹੀਂ ਵੀ ਅਸੀਂ ਕੀ ਕਰਦੇ ਪਏ। ਹੈਰਾਨੀ ਵਾਲੀ ਗੱਲ, ਪਿਛਲੇ ਸਮੇਂ ਦੇ ਵਿੱਚ ਬੜਾ ਜ਼ੋਰ ਲੱਗਾ ਜੀ, ਸੰਤਾਂ ਦੀਆਂ ਬਰਸੀਆਂ ਮਨਾਈਆਂ ਜਾ ਰਹੀਆਂ ਨੇ। ਦੱਸੋ ਜੇ ਸੰਤਾਂ ਦੀਆਂ ਬਰਸੀਆਂ ਨਹੀਂ ਮਨਾਉਣੀਆਂ, ਉਹਨਾਂ ਦੇ ਦਿਨ ਨਹੀਂ ਮਨਾਉਣੇ, ਉਹਨਾਂ ਨੂੰ ਯਾਦ ਨਹੀਂ ਕਰਨਾ, ਜਿਹੜੇ ਰੱਬ ਦਾ ਨਾਂ ਲੈਣ ਵਾਲੇ ਨੇ, ਤੇ ਫਿਰ ਲੱਚਰ ਗੀਤ ਵਾਲਿਆਂ ਦੇ ਬੇੜੇ ਲੱਗਣੇ ਨੇ ਨਾ, ਫਿਰ ਉਹਨਾਂ ਦੇ ਖਾੜੇ ਲੱਗਣੇ ਨੇ ਨਾ। ਮੈਂ ਤੇ ਕਹਿੰਦਾ ਕੋਈ ਵਿਅਕਤੀ ਕਹੇ ਵੀ ਇੱਕ ਦਿਨ ਦੇ ਵਿੱਚ ਕਿੰਨੀਆਂ ਕਿੰਨੀਆਂ ਬਰਸੀਆਂ, ਮੈਂ ਕਹਿੰਦਾ ਹਰ ਰੋਜ਼ ਹਰ ਸਮੇਂ ਕਿਸੇ ਐਸ ਜਗਿਆਸੂ ਨੂੰ ਯਾਦ ਕਰਨਾ ਚਾਹੀਦਾ ਹੈ ਜਿਨੇ ਕਮਾਈ ਕੀਤੀ ਹੈ, ਜਿਨੇ ਨਾਮ ਜਪਿਆ। ਉਹਨਾਂ ਦੇ ਦਿਨ ਦੇ ਉੱਤੇ ਵਿਸ਼ੇਸ਼ ਸਮਾਗਮ ਹੋਣੇ ਚਾਹੀਦੇ ਨੇ, ਤਾਂ ਕਿ ਸਾਡੇ ਬੱਚੇ ਹੋਰ ਪਾਸੇ ਨਾ ਜਾਣ, ਅਖੌਤੀ ਸੱਭਿਆਚਾਰ ਵਾਲੇ ਪਾਸੇ ਨੂੰ ਜਾ ਕੇ ਆਪਣੇ ਸਿਰ ਦੀ ਕਟਿੰਗ, ਆਪਣੇ ਮੂੰਹ ਸਿਰ ਨੂੰ ਉਹੋ ਜਿਹਾ ਨਾ ਬਣਾਉਣ ਜਿਹੋ ਜਿਹੇ ਉਹਨਾਂ ਦੇ ਸਾਹਮਣੇ ਗਾਉਣ ਵਾਲੇ ਹੁੰਦੇ ਨੇ। ਕਦੇ ਵੀ ਕਿਸੇ ਨੇ ਸੁਣਿਆ ਕਿਸੇ ਸੰਤ ਦੀ ਬਰਸੀ ਮਨਾਈ ਜਾ ਰਹੀ ਹੋਵੇ, ਸਮਾਗਮ ਕੀਤਾ ਜਾ ਰਿਹਾ ਹੋਵੇ, ਤੇ ਉਸ ਬਰਸੀ ਦੇ ਸਮਾਗਮ ਵਿੱਚ ਕਿਸੇ ਨੇ ਇਹ ਕਿਹਾ ਹੋਵੇ ਕਿ ਧੀਆਂ ਭੈਣਾਂ ਨੂੰ ਭੈੜੀ ਨਜ਼ਰ ਨਾਲ ਵੇਖੋ, ਉਹਨਾਂ ਨੂੰ ਵੇਖ ਕੇ ਸੀਟੀਆਂ ਵਜਾਓ, ਨੱਚੋ, ਖਰੂਦ ਕਰੋ, ਨਸ਼ੇ ਪੀਓ, ਤੁਸੀਂ ਅਪਵਿੱਤਰਤਾ ਵਿਖਾਓ? ਨਹੀਂ, ਭਾਵੇਂ ਕਿਹੋ ਜਿਹਾ ਵੀ ਕੋਈ ਸੰਤ ਤੁਸੀਂ ਉਹਨੂੰ ਜਾਣਦੇ ਹੋ ਚਾਹੇ ਨਹੀਂ ਜਾਣਦੇ, ਉਹਦਾ ਜੀਵਨ ਕਿਹੋ ਜਿਹਾ ਹੈ, ਪਰ ਜਦੋਂ ਉਹਦਾ ਦਿਨ ਮਨਾਇਆ ਜਾਂਦਾ ਹੈ, ਉਹਦੀ ਬਰਸੀ ਮਨਾਈ ਜਾਂਦੀ ਹੈ, ਸਾਧ ਸੰਗਤ ਉਦੋਂ ਬਾਣੀ ਪੜ੍ਹੀ ਜਾਂਦੀ ਹੈ, ਉਦੋਂ ਕੀਰਤਨ ਹੁੰਦਾ ਹੈ, ਉਦੋਂ ਕਥਾ ਹੁੰਦੀ ਹੈ। ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਮਹਾਂਪੁਰਖਾਂ ਦੇ ਉਹ ਗੁਣ ਸੰਸਾਰ ਦੇ ਅੰਦਰ ਦੱਸੇ ਜਾਂਦੇ ਨੇ, ਜਿਨ੍ਹਾਂ ਗੁਣਾਂ ਦੁਆਰਾ ਕਈਆਂ ਲੋਕਾਂ ਦਾ ਜੀਵਨ ਬਦਲ ਗਿਆ। ਇਹੋ ਜਿਹੇ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ, ਸਤਨ ਬਾਬਾ ਈਸ਼ਰ ਸਿੰਘ ਜੀ, ਸੰਤ ਬਾਬਾ ਆਨੰਦ ਸਿੰਘ ਜੀ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਸੁੰਦਰ ਸਿੰਘ ਜੀ, ਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਮੁਰਦੀਆਂ ਹੋਈਆਂ ਰੂਹਾਂ ਦੇ ਵਿੱਚ ਜੀਵਨ ਪਾਉਣ ਵਾਲੇ। ਉਹਨਾਂ ਮਹਾਂਪੁਰਖਾਂ ਦੇ ਦਿਨ ਨਹੀਂ ਮਨਾਓਗੇ ਤੇ ਸਿੱਖੀ ਦੇ ਅੰਦਰ ਜਾਗਰਤੀ ਕਿਵੇਂ ਆਏਗੀ? ਸਿੱਖੀ ਦੇ ਅੰਦਰ ਚਾਅ ਕਿਵੇਂ ਪੈਦਾ ਹੋਏਗਾ ਕਿ ਸਿੱਖ ਆਪਣੇ ਅੰਦਰੋਂ ਆਵਾਜ਼ ਦੇ ਕੇ ਕਵੇ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਦਕਾ ਨਾ ਜਾਵੇ। ਉਹਨਾਂ ਮਹਾਂਪੁਰਖਾਂ ਦੇ ਵਚਨ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਕਿਵੇਂ ਤੁਸੀਂ ਆਪਣੇ ਜੀਵਨ ਅੰਦਰੋਂ ਭੁੱਲ ਸਕਦੇ ਹੋ? ਇਹੋ ਹੀ ਦਿੱਲੀ ਦੀ ਧਰਤੀ ਸੀ ਨਾ ਜਿਸ ਦਿਨ ਸੰਤ ਬਾਬਾ ਕਰਤਾਰ ਸਿੰਘ ਜੀ ਨੇ 1975 ਈਸਵੀ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ, ਭਾਵੇਂ ਉਸ ਵੇਲੇ ਦੇਸ਼ ਦੀ ਪ੍ਰਧਾਨ ਮੰਤਰੀ ਆਣ ਕੇ ਉਸ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ, ਬਹੁਤ ਸਾਰੇ ਚਾਪਲੂਸ ਲੋਕਾਂ ਨੇ ਖੜ ਕੇ ਉਹਦੀ ਸਿਫਤ ਵਾਸਤੇ ਬਹੁਤ ਕੁਝ ਕਿਹਾ, ਪਰ ਸੰਤ ਬਾਬਾ ਕਰਤਾਰ ਸਿੰਘ ਜੀ ਕਹਿਣ ਲੱਗੇ ਸਿੱਖੋ, ਸਿੱਖਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਵਿਅਕਤੀ ਨਹੀਂ, ਭਾਵੇਂ ਕਿੰਨੇ ਵੱਡੇ ਤਖਤ ਦੇ ਉੱਤੇ ਬੈਠਾ ਹੋਵੇ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਇਹ ਸਾਰੇ ਰਾਜੇ ਜਿਹੜੇ ਨੇ ਨਾ ਨਾਮ ਜਿੰਨਾ ਸੁਲਤਾਨ ਖਾਨ, ਸਭ ਹੁੰਦੇ ਡਿੱਠੇ
ਖੇ ਸੰਤ ਬਾਬਾ ਕਰਤਾਰ ਸਿੰਘ ਜੀ ਕਹਿੰਦੇ ਇਹਨਾਂ ਦੀ ਚਾਪਲੂਸੀ ਕਰਨ ਦੀ ਲੋੜ ਨਹੀਂ, ਇਹਨਾਂ ਦੀ ਸਿਫਤ ਕਰਨ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੇ ਸਿੱਖ ਦੀ ਜ਼ਬਾਨ ਤੋਂ ਕਿਸੇ ਵਾਸਤੇ ਸ਼ਬਦ ਦੇ ਸ਼ਬਦ ਨਿਕਲਦੇ ਨੇ ਤਾਂ ਉਹ ਸੱਚੇ ਵਿਅਕਤੀ ਵਾਸਤੇ ਨਿਕਲਦੇ ਨੇ। ਸੱਚਾ ਵਿਅਕਤੀ ਕੋਈ ਵੀ ਹੋਵੇ, ਕਿਸੇ ਧਰਮ ਨਾਲ ਸੰਬੰਧਿਤ ਹੋਵੇ, ਕਿਸੇ ਪਹਿਰਾਵੇ ਕਿਸੇ ਸਵਰੂਪ ਵਿੱਚ ਹੋਵੇ, ਤੇ ਸਿੱਖ ਵਾਸਤੇ ਸਭ ਤੋਂ ਵੱਡਾ ਸਤਿਕਾਰ ਗੁਰੂ ਕੀ ਹਜ਼ੂਰੀ ਵਿੱਚ ਜੇ ਕਿਸੇ ਵਾਸਤੇ ਹੈ ਤੇ ਉਹ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਵਾਸਤੇ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਐਡਾ ਵੱਡਾ ਸਤਿਕਾਰ ਸਿੱਖ ਕਿਸੇ ਹੋਰ ਨੂੰ ਨਹੀਂ ਦਿੰਦਾ। ਸਤਿਕਾਰ ਕਰਦਾ ਹੈ ਸਾਰਿਆਂ ਦਾ, ਮਾਣ ਕਰਦਾ ਹੈ, ਅਦਬ ਕਰਦਾ ਹੈ, ਸਾਰਿਆਂ ਨੂੰ ਸੀਸ ਝੁਕ ਕੇ ਨਮਸਕਾਰ ਕਰਦਾ ਹੈ, ਪਰ ਗੁਰੂ ਦਾ ਥਾਂ ਕਿਸੇ ਨੂੰ ਨਹੀਂ ਜੇ ਦਿੰਦਾ। ਕਿਉਂ? ਜਿਵੇਂ ਕੋਈ ਵਿਅਕਤੀ ਦੇ ਚਾਚੇ ਤਾਏ ਬਥੇਰੇ ਹੁੰਦੇ ਨੇ, ਮਾਸਰ ਫੁੱਫੜ ਬਥੇਰੇ ਹੁੰਦੇ ਨੇ, ਪਰ ਕਦੇ ਕਿਸੇ ਨੇ ਆਪਣੇ ਪਿਓ ਦੀ ਥਾਂ ਕਿਸੇ ਹੋਰ ਨੂੰ ਦਿੱਤੀ ਹੈ? ਆਪਣੇ ਪਿਓ ਦੀ ਥਾਂ ਕਿਸੇ ਹੋਰ ਨੂੰ ਇਹ ਲਕਬ ਪ੍ਰਦਾਨ ਕੀਤਾ ਹੈ? ਫੁੱਫੜ ਨੂੰ ਫੁੱਫੜ ਹੀ ਕਹੇਗਾ, ਫੁੱਫੜ ਨੂੰ ਭਾਪਾ ਨਹੀਂ ਕਹੇਗਾ, ਮਾਸੜ ਨੂੰ ਮਾਸੜੀ ਕਹੇਗਾ, ਉਹਨੂੰ ਡੈਡੀ ਨਹੀਂ ਕਹੇਗਾ। ਐਵੇਂ ਸਿੱਖਾ ਤੇਰੀ ਜ਼ਬਾਨ ਤੋਂ ਜੇ ਗੁਰੂ ਸ਼ਬਦ ਵਾਸਤੇ ਕੋਈ ਨਿਕਲਦਾ ਹੈ ਸਿਰਲੇਖ ਤੇ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਵਾਸਤੇ ਨਿਕਲੇਗਾ। ਗੁਰੂ ਗ੍ਰੰਥ ਸਾਹਿਬ ਵਾਸਤੇ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿਸੇ ਹੋਰ ਦੀ ਝੋਲੀ ਵਿੱਚ ਨਹੀਂ ਪਾਇਆ ਜਾ ਸਕਦਾ। ਸਾਰੇ ਸਤਿਕਾਰਯੋਗ ਨੇ। ਸਾਡੀ ਮਾਨਸਿਕਤਾ ਨੂੰ ਲੋਕ ਸਮਝ ਗਏ, ਇਸ ਕਰਕੇ ਉਹਨਾਂ ਦੀਆਂ ਦੁਕਾਨਾਂ ਚੱਲਣ ਲੱਗ ਪਈਆਂ। ਹਜੂਰ ਪਾਤਸ਼ਾਹ ਕਹਿੰਦੇ ਦੇਖੋ ਵਿਆਹ ਦਾ ਸਮਾਂ ਸੀ, ਲਾੜਾ ਆਇਆ, ਲਾੜੇ ਦੇ ਨਾਲ ਬਰਾਤ ਆਈ। ਬਰਾਤ ਵਿੱਚ ਕੌਣ ਹੁੰਦੇ ਨੇ? ਜਿਨ੍ਹਾਂ ਨੂੰ ਆਪਾਂ ਬਰਾਤੀ ਕਹਿੰਦੇ ਆ, ਜਿਨ੍ਹਾਂ ਨੂੰ ਆਪਾਂ ਜਾਂਜੀ ਕਹਿੰਦੇ ਆ। ਹਜੂਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮਿਲ ਇਕੱਤਰ ਹੋਏ ਸਹਿਜ ਟੋਏ। ਸਤਿਗੁਰੂ ਕਹਿੰਦੇ ਸੰਤ ਲੋਕ ਆਏ ਮੇਰੀ ਬਰਾਤ ਦੇ ਵਿੱਚ। ਜਦੋਂ ਮੈਂ ਤੁਰਿਆ ਨਾ ਵਿਆਹ ਵਾਸਤੇ ਜੀਵ ਰੂਪੀ ਇਸਤਰੀ ਤੁਰੀ ਹੈ। ਔਰ ਵਿਆਹ ਤੋਂ ਪਹਿਲਾਂ ਸ਼ਬਦ ਪੜਿਆ ਜਾਂਦਾ ਨਾ, ਪੱਲੇ ਮੈਂ ਟੈਂਡੇ ਲਾਗੀ, ਹੱਬੇ ਸਾਕ ਕੁੜਾਵੇ ਡਿੱਠੇ ਤੋਂ ਪੱਲੇ ਮੈਂ ਟੈਂਡੇ ਲਾਗੀ। ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਆਹ ਹੁਣ ਤੁਹਾਡੇ ਨਾਲ ਕਰਾਉਣਾ ਹੈ, ਕਿਉਂਕਿ ਤੁਹਾਡੀਆਂ ਹੀ ਅਸੀਂ ਇਸਤਰੀਆਂ ਹਾਂ ਜੀਵ ਰੂਪੀ। ਤੁਸੀਂ ਪਰਮਾਤਮਾ ਸਵਰੂਪ ਹੋ। ਇਸ ਜਗ में पुरख एक है और सबली नार ਸਬਾਈ। ਬਾਕੀ ਸਾਰੀਆਂ ਜੀਵ ਰੂਪੀ ਇਸਤਰੀਆਂ ਨੇ। ਪਰਮਾਤਮਾ ਦਾ ਦਰਜਾ ਜੇ ਸਿੱਖ ਨੇ ਕਿਸੇ ਨੂੰ ਦਿੱਤਾ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ ਹੈ। ਜੇ ਜੀਵ ਇਸਤਰੀ ਨੇ ਪਰਮਾਤਮਾ ਨਾਲ ਵਿਆਹ ਕਰਾਉਣਾ ਹੈ ਤੇ ਉਹਨੇ ਫਿਰ ਗੁਰੂ ਗ੍ਰੰਥ ਸਾਹਿਬ ਨਾਲ ਵਿਆਹ ਕਰਾਉਣਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਨਾਲ ਵਿਆਹ ਕਰਾਉਣ ਵਾਸਤੇ ਹੁਣ ਅਸੀਂ ਬਰਾਤ ਲੈ ਕੇ ਆਏ ਤੇ ਜਾਂਜੀ ਕਿਹੋ ਜਿਹੇ ਲੈ ਕੇ ਆਈਏ? ਜਾਂਜੀ ਉਹ ਤੇ ਨਹੀਂ ਨਾ ਜਿਹੜੇ ਨੱਚਣ ਟੱਪਣ ਵਾਲੇ ਹੋਣ, ਜਿਹੜੇ ਗਾਉਣ ਵਾਲੇ ਹੋਣ, ਸੀਟੀਆਂ ਵਜਾਉਣ ਵਾਲੇ ਹੋਣ, ਦੂਸਰੇ ਘਰ ਦੀ ਇੱਜ਼ਤ ਨੂੰ ਇੱਜ਼ਤ ਨਾ ਸਮਝਣ। ਹਜੂਰ ਪਾਤਸ਼ਾਹ ਕਹਿੰਦੇ ਫਿਰ ਜਾਂਜੀ ਵੀ ਉਹੋ ਜਿਹੇ ਹੋਣੇ ਚਾਹੀਦੇ ਨੇ ਕਿ ਅਗਲੇ ਦੀ ਵੀ ਇੱਜ਼ਤ ਵੱਧ ਤੇ ਸਾਡੀ ਵੀ ਸ਼ੋਭਾ ਵਧੇ। ਸੰਸਾਰ ਦੇ ਅੰਦਰ ਜਿਹੜੀ ਇਹ ਰਸਮ ਨਿਭਾਈ ਜਾਂਦੀ ਹੈ ਉਹਦੇ ਵਿੱਚ ਕੁਝ ਸ਼ਬਦ ਇਹੋ ਜਿਹੇ ਨੇ ਜਿਨ੍ਹਾਂ ਦਾ ਵਿਸ਼ੇਸ਼ ਥਾਂ ਹੈ। ਬਰਾਤ ਦਾ ਅਰਥ ਜਿਹੜਾ ਵਿਦਵਾਨਾਂ ਨੇ ਕੀਤਾ ਹੈ ਉਹ ਇਹ ਹੈ ਮੱਥੇ ਦੀਆਂ ਲਕੀਰਾਂ। ਪੁੱਛਿਆ ਜੀ ਮੱਥੇ ਦੀਆਂ ਲਕੀਰਾਂ ਦਾ ਮਤਲਬ? ਕਹਿਣ ਲੱਗੇ ਧੀ ਦੀ ਕਿਸਮਤ, ਜਿਹੜੀ ਧੀ ਦੀ ਬਰਾਤ ਆਈ ਹੈ ਨਾ ਉਹਨੂੰ ਵਿਆਹਣ ਵਾਸਤੇ, ਉਹਦੀ ਕਿਸਮਤ ਜਿਹੜੀ ਹੈ ਬਰਾਤ ਦੇ ਉੱਤੇ ਡਿਪੈਂਡ ਕਰਦੀ ਹੈ। ਹੁਣ ਦੱਸੋ ਜੀ ਬਰਾਤ ਉੱਤੇ ਕਿਸਮਤ ਕਿਵੇਂ ਡਿਪੈਂਡ ਕਰਦੀ ਹੈ? ਸੰਸਾਰ ਦੇ ਵਿਦਵਾਨਾਂ ਨੇ ਬੜੇ ਸੋਹਣੇ ਅਰਥ ਕੀਤੇ ਨੇ। ਕਹਿਣ ਲੱਗੇ ਜਿਸ ਧੀ ਨੂੰ ਤੁਸੀਂ ਵਿਆਹ ਕੇ ਤੋਰਨਾ ਹੈ ਨਾ, ਲਾੜੇ ਦੇ ਨਾਲ ਆਏ ਹੋਏ ਬਰਾਤੀਆਂ ਤੋਂ ਪਤਾ ਲੱਗ ਸਕਦਾ ਹੈ ਕਿ ਇਸ ਧੀ ਦੀ ਕਿਸਮਤ ਕਿਹੋ ਜਿਹੀ ਹੈ। ਕਿਉਂ ਪਤਾ ਲੱਗ ਸਕਦਾ ਹੈ? ਕਹਿੰਦੇ ਜਿਹੋ ਜਿਹਾ ਲੋਕਾਂ ਦਾ ਸੁਭਾਅ ਹੁੰਦਾ ਹੈ ਨਾ, ਉਹੋ ਜਿਹਾ ਉਹਨਾਂ ਦਾ ਮੇਲ ਜੋਲ ਹੁੰਦਾ ਹੈ, ਉਹੋ ਜਿਹੇ ਲੋਕਾਂ ਦੇ ਨਾਲ ਉਹਨਾਂ ਦਾ ਸੰਬੰਧ ਹੁੰਦਾ ਹੈ। ਤੁਸੀਂ ਆਮ ਤੌਰ ਤੇ ਵੇਖਦੇ ਹੋ ਜਵਾਰੀਆਂ ਦਾ ਜਵਾਰੀਆਂ ਨਾਲ ਜਾਰੀ, ਨਸ਼ੇੜੀਆਂ ਦੀ ਨਸ਼ੇੜੀਆਂ ਨਾਲ ਜਾਰੀ, ਔਰ ਜਿਹੜੇ ਲੋਕ ਜੂਆ ਖੇਡਣ ਵਾਲੇ ਉਹਨਾਂ ਦੀ ਜੂਆ ਖੇਡਣ ਵਾਲੇ ਨਾਲ ਜਾਰੀ, ਅਮਲੀਆਂ ਦੀ ਅਮਲੀਆਂ ਨਾਲ ਜਾਰੀ। ਇਵੇਂ ਹੀ ਜਿਹੜੇ ਸਤ ਸੰਗਤ ਕਰਨ ਵਾਲੇ ਹੁੰਦੇ ਨੇ ਨਾ, ਉਹਨਾਂ ਦੇ ਸਹੇਲੀਆਂ ਮਿੱਤਰ ਤੇ ਸੱਜਣ ਵੀ ਸਤ ਸੰਗੀ ਹੁੰਦੇ ਨੇ। ਉਹਨਾਂ ਦਾ ਸੰਬੰਧ ਵੀ ਉਹੋ ਜਿਹੇ ਲੋਕਾਂ ਨਾਲ ਹੁੰਦਾ ਹੈ। ਸਿਆਣੇ ਕਹਿੰਦੇ ਜੇ ਆਪਣੀ ਧੀ ਦੀ ਕਿਸਮਤ ਵੇਖਣੀ ਜੇ ਬਰਾਤ ਵੱਲ ਵੇਖ ਲਓ, ਪਤਾ ਲੱਗ ਜਾਏਗਾ ਤੁਹਾਡੀ ਧੀ ਦੀ ਕਿਸਮਤ ਕਿਹੋ ਜਿਹੀ ਹੈ। ਜਿਸ ਘਰ ਵਿੱਚ ਤੁਸੀਂ ਆਪਣੀ ਧੀ ਨੂੰ ਤੋਰਨ ਲੱਗੇ ਹੋ ਉਸ ਘਰ ਦਾ ਵਾਤਾਵਰਨ ਕਿਹੋ ਜਿਹਾ ਹੈ, ਉਹੋ ਜਿਹੇ ਉਸ ਘਰ ਦੇ ਲੋਕਾਂ ਦਾ ਸੁਭਾਅ ਕਿਹੋ ਜਿਹਾ ਹੈ, ਉਸ ਘਰ ਦੇ ਲੋਕਾਂ ਦੇ ਨਾਲ ਮਿਲਣ ਵਾਲੇ ਲੋਕ ਕਿਹੋ ਜਿਹੇ ਨੇ, ਬਰਾਤ ਤੋਂ ਪਤਾ ਲੱਗ ਜਾਂਦਾ ਹੈ। ਜੇ ਬਰਾਤ ਦੇ ਵਿੱਚ ਆਏ ਗੁਰਮੁਖ ਪਿਆਰੇ, ਅੰਦਾਜ਼ਾ ਲੱਗ ਜਾਂਦਾ ਇਹਨਾਂ ਦੀ ਗੁਰਮੁਖਾਂ ਨਾਲ ਸਾਂਝ ਹੈ, ਸਾਡੀ ਧੀ ਨੂੰ ਕਿਸੇ ਕਿਸਮ ਦੀ ਕੋਈ ਕਮੀ ਘਾਟ ਨਹੀਂ ਆਏਗੀ। ਤੇ ਜੇ ਬਰਾਤ ਵਿੱਚ ਆਈ ਸਾਰੇ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਮੁਸ਼ਕ ਆਉਂਦੀ ਹੋਵੇ, ਜਿਹੜੇ ਕਹਿਣ ਵੀ ਆਨੰਦ ਕਾਰਜ ਕਰਨ ਵਾਸਤੇ ਅਸੀਂ ਨਹੀਂ ਜੇ ਗੁਰਦੁਆਰੇ ਜਾਣਾ, ਸਾਡੇ ਦੇ ਟੇਬਲ ਤੇ ਇੱਥੇ ਬੋਤਲ ਰੱਖ ਦਿਓ, ਅਸੀਂ ਤੇ ਸਿਰਫ ਸ਼ੋਰ ਸ਼ਰਾਬਾ ਕਰਨ ਵਾਸਤੇ, ਰੰਗ ਤਮਾਸ਼ਾ ਵੇਖਣ ਵਾਸਤੇ, ਬਸ ਇਸ ਖੁਸ਼ੀ ਨੂੰ ਇਸੇ ਤਰੀਕੇ ਨਾਲ ਮਨਾਉਣ ਵਾਸਤੇ ਆਏ ਆ। ਭਲਾ ਦੱਸੋ ਉਹਨਾਂ ਘਰਾਂ ਦੇ ਵਿੱਚ ਗੁਰਮਤ ਕਿੱਥੇ ਰਹਿ ਜਾਏਗੀ? ਹਜੂਰ ਨੇ ਸਮਝਾਇਆ, ਕਹਿਣ ਲੱਗੇ ਸੰਤ ਆਏ ਪ੍ਰਭ ਧਿਆਏ
ਸੱਤ ਪੁਰਖ ਜਿਨ੍ਹਾਂ ਨੇ ਬਾਣੀ ਪੜਨ ਵਾਲੇ ਸਨ ਉਹ ਮੇਰੀ ਜੰਝ ਵਿੱਚ ਆਏ। ਜਿਹੜੇ ਹਰੀ ਪ੍ਰਭੂ ਪਰਮਾਤਮਾ ਨੂੰ ਧਿਆਉਣ ਵਾਲੇ ਸਨ ਬਣੇ ਅਚਰਜ ਜਾਂਝੀਆ। ਕਹਿੰਦੇ ਮੇਰੀ ਜੰਝ ਦੇ ਵਿੱਚ ਉਹ ਲੋਕ ਨੇ ਜਿਹੜੇ ਅਚਰਜ ਕਿਸਮ ਦੇ ਨੇ, ਜਿਨ੍ਹਾਂ ਵਾਲੇ ਲੋਕ ਕੇ ਹੈਰਾਨ ਹੋ ਜਾਂਦੇ ਨੇ ਵੀ ਇਹੋ ਜਿਹੇ ਵੀ ਜਾਂਝੀ ਹੁੰਦੇ ਨੇ। ਜਾਂਝੀਆਂ ਦੇ ਵਿੱਚੋਂ ਤੇ ਲੋਕਾਂ ਦਾ ਮੂੰਹ ਮਿੱਟ ਹੋ ਪਾਸੇ ਨੂੰ ਹੋ ਜਾਂਦਾ ਜੇ ਉਹ ਜਿਹਾ ਅਦਬ ਸਤਿਕਾਰ ਨਾ ਮਿਲੇ। ਪਰ ਜਿਹੜੇ ਬਾਣੀ ਪੜਨ ਵਾਲੇ ਹੁੰਦੇ ਨੇ, ਸਹਿਜ ਵਿੱਚ ਟਿਕੇ ਹੁੰਦੇ ਨੇ, ਉਹ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ। ਮਿਲ ਇਕੱਤਰ ਹੋਏ ਸਹਿਜ ਢੋਏ, ਮਨ ਪ੍ਰੀਤ ਉਪਜੀ ਮਾਂਜੀਆਂ। ਦੋ ਸ਼ਬਦ ਜਾਂਝੀ ਤੇ ਮਾਂਝੀ। ਜਾਂਝੀ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਲਾੜੇ ਦੇ ਨਾਲ ਬਰਾਤ ਵਿੱਚ ਆਉਂਦੇ ਨੇ, ਮਾਂਝੀ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਬਰਾਤ ਦੇ ਸਤਿਕਾਰ ਵਿੱਚ ਧੀ ਵਾਲੇ ਅੱਗੇ ਖੜੇ ਹੁੰਦੇ ਨੇ। ਹਜੂਰ ਕਹਿਣ ਲੱਗੇ ਜਦੋਂ ਇਹੋ ਜਿਹੇ ਆਏ ਜੰਝ ਦੇ ਵਿੱਚ ਲੋਕ ਮਿਲ ਇਕੱਤਰ ਹੋਏ, ਦੋਵੇਂ ਤਰ੍ਹਾਂ ਇਕੱਠੀਆਂ ਹੋਈਆਂ, ਸਹਿਜ ਢੋਏ। ਕਹਿੰਦੇ ਫਿਰ ਨਾ ਟਿਕਾਓ ਹੋਣ ਲੱਗਾ। ਹੁਣ ਇਹ ਟਿਕਾਓ ਉਛਲ ਕੂਦ ਵਾਲਾ ਨਹੀਂ, ਇਹ ਟਿਕਾਓ ਸਹਿਜ ਵਾਲਾ ਹੈ, ਟਿਕਾਓ ਵਾਲਾ ਹੈ, ਅੰਦਰ ਦੀ ਅਡੋਲਤਾ ਵਾਲਾ ਹੈ, ਨਾਮ ਰਸ ਦੇ ਭਿੱਜੇ ਹੋਏ ਜਗਿਆਸੂਆਂ ਵਾਲਾ ਹੈ। ਮਨ ਪ੍ਰੀਤ ਉਪਜੀ ਮਾਂਝੀਆਂ। ਤੇ ਇਹੋ ਜਿਹੇ ਟਿਕਾਓ ਦੇ ਵਿੱਚ ਫਿਰ ਧੀ ਦੇ ਘਰ ਵਾਲੇ ਜਿਹੜੇ ਲੋਕ ਸਨ ਉਹਨਾਂ ਦੇ ਅੰਦਰ ਖੁਸ਼ੀ ਉਪਜੀ, ਉਹਨਾਂ ਦੇ ਅੰਦਰ ਚਾਓ ਉਪਜਿਆ। ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਕਹਿੰਦੇ ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਹਰ ਰਸ ਭੋਗੋ। ਇਹੋ ਜਿਹੇ ਜਾਂਝੀ ਮਾਂਝੀ ਜਦੋਂ ਮਿਲੇ ਉਹਨਾਂ ਦੀ ਨਿਰੰਕਾਰ ਪ੍ਰਭੂ ਪਰਮਾਤਮਾ ਪਰਮ ਜੋਤ ਦੇ ਨਾਲ ਅਭੇਦਤਾ ਹੋ ਗਈ। ਜੋਤ ਵਿੱਚ ਜੋਤ ਮਿਲ ਗਈ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਇਹ ਮਰਨ ਤੋਂ ਬਾਅਦ ਵਾਲੇ ਸ਼ਬਦ ਨਹੀਂ, ਇਹ ਜੀਵਨ ਜਿਉਣ ਵਾਲੇ ਸ਼ਬਦ ਨੇ। ਜਿਉਂਦਿਆਂ ਜੀ ਕਿਵੇਂ ਪਰਮ ਜੋਤ ਵਿੱਚ ਅਭੇਦ ਹੋਣਾ ਹੈ। ਹਜੂਰ ਕਹਿੰਦੇ ਓਤ ਪੋਤ ਹੋ ਗਏ ਜਿਵੇਂ ਤਾਣਾ ਪੇਟਾ ਇੱਕ ਹੋ ਜਾਂਦਾ ਹੈ। ਹਰ ਨਾਮ ਹਰ ਰਸ ਭੋਗੋ। ਜਿਵੇਂ ਬਰਾਤ ਦੇ ਵਿੱਚ ਆਏ ਹੋਏ ਬਰਾਤੀਆਂ ਨੂੰ, ਜਾਂਝੀਆਂ ਮਾਂਝੀਆਂ ਨੂੰ ਮਿਸ਼ਟਾਂਗ ਪਦਾਰਥ ਦਿੱਤੇ ਜਾਂਦੇ ਨੇ, ਭੋਜਨ ਦਿੱਤੇ ਜਾਂਦੇ ਨੇ, ਸਵਾਦਲੀਆਂ ਵਸਤੂਆਂ ਉਹਨਾਂ ਅੱਗੇ ਰੱਖੀਆਂ ਜਾਂਦੀਆਂ ਨੇ। ਕਹਿੰਦੇ ਫਿਰ ਸਤਿਗੁਰੂ ਜੀ ਦੇ ਇਹਨਾਂ ਪਿਆਰ ਵਾਲੀਆਂ ਭਿੱਜੀਆਂ ਹੋਈਆਂ ਰੂਹਾਂ ਨੂੰ ਜੇ ਕੋਈ ਸਵਾਦਲਾ ਪਦਾਰਥ ਮਿਲਿਆ ਤੇ ਉਹ ਪਦਾਰਥ ਸੀ ਹਰ ਨਾਮ ਹਰ ਰਸ ਭੋਗੋ। ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ। ਬਿਨਵੰਤ ਨਾਨਕ ਸਭ ਸੰਤ ਮੇਲੀ, ਪ੍ਰਭ ਕਰਨ ਕਾਰਨ ਜੋਗੋ। ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ, ਸਤਿਗੁਰੂ ਤੁਸੀਂ ਕਿਰਪਾ ਕੀਤੀ ਹੈ, ਗੁਰੂ ਨੂੰ ਮਿਲਾਇਆ ਹੈ, ਜਿਹੜਾ ਗੁਰੂ ਸਾਰਿਆਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਵਾਲਾ ਹੈ, ਪਰਮਾਤਮਾ ਨਾਲ ਅਭੇਦਤਾ ਕਰਾਉਣ ਵਾਲਾ ਹੈ। ਉਹ ਪਰਮਾਤਮਾ ਜਿਹੜਾ ਕਰਨ ਕਾਰਨ ਸਭ ਜੋਗੋ, ਜਿਹੜਾ ਸਭ ਕੁਝ ਕਰਨ ਕਾਰਨ ਸਮਰੱਥ ਹੈ। ਗੁਰੂ ਕਿਰਪਾ ਕਰੇ ਅਸੀਂ ਉਸ ਨਿਰੰਕਾਰ ਪ੍ਰਭੂ ਪਰਮਾਤਮਾ ਸਰਬ ਕਲਾ ਸਮਰੱਥ ਸਤਿਗੁਰੂ ਦੇ ਦਰ ਦੇ ਉੱਤੇ ਆਪਣੇ ਆਪੇ ਨੂੰ ਅਭੇਦ ਕਰਨ ਦੇ ਲਈ ਉਸ ਗੁਰੂ ਦੀ, ਉਸ ਸਤਿਗੁਰੂ ਜੀ ਦੀ ਅਗਵਾਈ ਪ੍ਰਾਪਤ ਕਰੀਏ। ਜਿਹੜਾ ਗੁਰੂ ਸਾਨੂੰ ਆਪਣੇ ਨਾਲ ਨਹੀਂ ਜੋੜਦਾ, ਜਿਹੜਾ ਗੁਰੂ ਸਾਨੂੰ ਨਿਰੰਕਾਰ ਨਾਲ ਜੋੜਦਾ ਹੈ। ਸੰਸਾਰ ਦੇ ਗੁਰੂ ਆਪਣੇ ਆਪੇ ਨਾਲ ਜੋੜਦੇ ਨੇ, ਪਰ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਸਰੀਰਕ ਰੂਪ ਵਿੱਚ ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਤੇ ਕਿਸੇ ਵਿਅਕਤੀ ਨੂੰ ਇਹ ਨਹੀਂ ਉਪਦੇਸ਼ ਦਿੰਦੇ ਮੇਰੇ ਨਾਲ ਜੁੜ ਤਾਂ ਤੇਰੀਆਂ ਲੋੜਾਂ ਪੂਰੀਆਂ ਹੋਣਗੀਆਂ। ਨਹੀਂ, ਸਤਿਗੁਰੂ ਕਹਿੰਦੇ ਕਿਸੇ ਸੰਸਾਰੀ ਵਿਅਕਤੀ ਨਾਲ ਨਹੀਂ, ਪਰਮ ਆਤਮਾ ਨਾਲ ਜੁੜ, ਕਿਉਂਕਿ ਮਾਨਸ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ। ਪਰਮਾਤਮਾ ਹੈ ਜਿਹੜਾ ਸਾਡੀਆਂ ਲੋੜਾਂ ਥੋੜ੍ਹਾਂ ਪੂਰੀਆਂ ਕਰਨ ਵਾਲਾ ਹੈ। ਉਸ ਪਰਮਾਤਮਾ ਪ੍ਰਭੂ ਦੇ ਉੱਤੇ ਨਿਸ਼ਚਾ, ਅਕੀਦਾ, ਵਿਸ਼ਵਾਸ, ਭਰੋਸਾ ਰੱਖੇਗਾ ਜਿਹੜਾ ਸਭ ਕੁਝ ਕਰਨ ਕਾਰਨ ਸਮਰੱਥ ਹੈ। ਤੇਰੀਆਂ ਜੀਵਨ ਦੀਆਂ ਸਾਰੀਆਂ ਲੋੜਾਂ ਥੋੜ੍ਹਾਂ ਪੂਰੀਆਂ ਹੋਣਗੀਆਂ। ਸਾਡਾ ਭਰੋਸਾ ਡਗਮਗਾਉਂਦਾ ਜਾ ਰਿਹਾ ਹੈ, ਸਾਡਾ ਸਿਦਕ ਜਿਹੜਾ ਉਹ ਡਾਵਾਂਡੋਲ ਹੋ ਗਿਆ। ਅਸੀਂ ਗੁਰੂ ਤੋਂ ਅਕੀਦਾ ਚੁੱਕ ਕੇ ਵਿਅਕਤੀਆਂ ਦੇ ਉੱਤੇ ਡੋਰੀ ਪਾਈ ਹੋਈ ਹੈ। ਆ ਦੇਖੋ ਸਾਡੀ ਕੌਮ ਦਾ ਕੀ ਹਾਲ ਹੋਇਆ ਪਿਆ ਹੈ। ਅਸੀਂ ਕਹਿੰਦੇ ਹਾਂ ਕਦੋਂ ਉਹ ਸਮਾਂ ਆਏਗਾ ਜਦੋਂ ਕੌਮ ਦੀ ਕੋਈ ਸਹੀ ਰੂਪ ਰੇਖਾ ਹੋਏਗੀ। ਸਤਿਗੁਰੂ ਕਹਿੰਦੇ ਸਮਾਂ ਵਾਲਾ ਮਾੜਾ ਚੰਗਾ ਨਹੀਂ ਹੁੰਦਾ, ਯਤਨ ਕਰ। ਤੈਨੂੰ ਸਤਿਗੁਰੂ ਜੀ ਨੇ ਸਭ ਕੁਝ ਗਿਆਨ ਪ੍ਰਦਾਨ ਕੀਤਾ, ਤੂੰ ਕਦਮ ਪੁੱਟੇਂਗਾ, ਤੇਰੇ ਕਦਮ ਨਾਲ ਹੋਰ ਕਦਮ ਮਿਲਾਉਣਗੇ। ਸਿੱਖ ਕੌਮ ਦੇ ਅੰਦਰ ਜਾਗਰਤੀ ਆਏਗੀ। ਜਿਨ੍ਹਾਂ ਕੌਮਾਂ ਦੇ ਵਾਰਸ ਜਿਹੜੇ ਜਾਗਰਤ ਹੋ ਜਾਂਦੇ ਨੇ, ਆਪਣੇ ਗੁਰੂ ਦੇ ਅਕੀਦੇ, ਵਿਸ਼ਵਾਸ, ਸਿੱਖਿਆ ਤੇ ਉਹਨਾਂ ਦੇ ਉਸ ਸ਼ਬਦ ਦੇ ਉੱਤੇ ਆਪਣੇ ਜੀਵਨ ਨੂੰ ਚਲਾਉਣਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਨੂੰ ਜ਼ਿੰਦਗੀ ਦੇ ਅੰਦਰ ਕਿਤੇ ਕੋਈ ਡੁਲਾ ਨਹੀਂ ਸਕਦਾ, ਥਿੜਕਾ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣ ਵਾਲੇ ਦੀ ਕਦੇ ਕਿਤੇ ਕੋਈ ਕਮੀ ਨਹੀਂ ਆਉਂਦੀ, ਉਹਦੀ ਬੇੜੀ ਕਿਤੇ ਭਵਰ ਵਿੱਚ ਫਸ ਨਹੀਂ ਸਕਦੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡਾ ਬਖਸ਼ਿਸ਼ਾਂ ਅਤੇ ਮਿਹਰਾਂ ਦਾ ਮੁਜੱਸਮਾ ਹੈ। ਜਿਹਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ ਉਹਦੀ ਕਿਤਿਓਂ ਵੀ ਪੂਰੀ
ਨਹੀਂ ਪੈ ਸਕਦੀ। ਭਰੋਸਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਅਧਿਕਾਰੀ ਬਣ ਕੇ ਨਿਰੰਕਾਰੀ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੇ ਹਿਰਦੇ ਅੰਦਰ ਧਿਆਈਏ। ਸਤਿਗੁਰੂ ਸਾਨੂੰ ਮੇਰਾਂ ਦੇ ਨਾਲ ਨਿਵਾਜਣਗੇ। ਕੱਲ ਦੀ ਹਾਜ਼ਰੀ ਹੋਰ ਭਰਨੇ ਹੈ, ਜਿੱਥੇ ਸ਼ਬਦ ਦੀ ਵਿਚਾਰ ਉੱਥੇ ਕੁਝ ਕੁ ਵਿਚਾਰਾਂ ਆਪ ਜੀ ਨਾਲ ਹੋਰ ਸਾਂਝੀਆਂ ਕਰਾਂਗਾ। ਦਾਸਰੇ ਦੀਆਂ ਹੋਈਆਂ ਭੁੱਲਾਂ ਨਾ ਚਤਾਰਨੀਆਂ, ਬੁਲਾਓ ਫਤਿਹ। ਬਹੁਤ ਬਹੁਤ ਧੰਨਵਾਦ ਗੁਰਦੁਆਰਾ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਸਮਾਂ ਦੇ ਕੇ ਨਿਵਾਜਿਆ। ਸਿੰਘ ਸਾਹਿਬ ਜੀ ਆਪ ਸਮੁੱਚੀ ਗੁਰੂ ਸਰੂਪ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਮਿਹਰ ਦੇ ਨਾਲ ਆਪਣੇ ਸ਼ਬਦ ਦੀ ਵਿਚਾਰ ਕਰਾਉਣ ਵਾਸਤੇ ਆਪਣੀ ਇਸ ਸਟੇਜ ਦੇ ਉੱਤੇ ਬੈਠਣ ਦਾ ਸੁਭਾਗ ਪ੍ਰਦਾਨ ਕੀਤਾ ਹੈ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨ ਆਈਆਂ।